चक्र चिन्ह अर भरन जास, हर पात निहिन जेहे। रूप रंग अर रेख पेख, को कह न सकत केहे। चल मूरत अनपौ प्रकाश, अमित तोज जय। कोटि इंद्रियंजनान, साहे साहान गिन जय। त्रिपवन मिहिप सुर नर सुर, नेत नेत बन तिरन कहत। त्वै सर्वनाम कसै कवन, कर्म नाम वर्णत सुमत। अस कृपान खंडो खड़ग, तुबक तबरी अरती। सैफ सुरोही सहती, यह हमारे पीर। तीर तुही सती तुही, तुही तवर तरवार। नाम तिहारो जो जपै, पै सिंध पव पार। काल तुही काली तुही, तुही तेग अरती। तुही निशानी जीत की, आज तुही जगबीर। करग केत में शरण तिहारी, आप हास जय लिहु उभारी। सर्व ठाउर मोह सहाई, दुष्ट दोख ते लिहु बचाई। नमस्कार श्री खड्ग को, करो सुहित चित लाय। पूरन करो ग्रंथि, तुम मोहे करो सहाय। मुकुचरा शास्त्र खट, पिंग गिरन चढ़ जाय। अंध लखै बदरो सुनै, जो काल कृपा कराय। कहा बुध प्रभ तुष हमारी, वर न सकै महिमा जो तिहारी। हम न सकत कर सिफत तुम्हारी, आप लिहो तुम कथा सुधारी। हम न सकत कर सिफत तुम्हारी, आप लिहो तुम कथा सुधारी। वाहेगुरु साहिब जीओ। अथ चतुर्दशमो गुर नाम, रसावल छंद। चलियो दत्त राजं, लखे पाप भाजं। जिनै नैक पेखा,
ਗੁਰੂ ਤੁਲ ਲੇਖਾ ਅਥ ਚਤਰ ਦਸਮੋ ਗੁਰ ਨਾਮ ਰਸਾਵਲ ਛੰਦ ਚੱਲਿਓ ਦਤ ਰਾਜੰ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਪਰਮ ਸਤਿਕਾਰਯੋਗ ਗੁਰੂ ਖਾਲਸਾ ਸਾਧ ਸੰਗਤ ਜੀ, ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਦੀ ਪਾਵਨ ਬਾਣੀ ਦੀ ਵਿਚਾਰ ਚੱਲ ਰਹੀ ਹੈ, ਜਿਸ ਦੇ ਵਿੱਚ ਆਪ ਜੀ ਨੇ ਇਹ ਦੱਤਾਤਰੇय ਨੇ ਸੰਸਾਰ ਦੇ ਵਿੱਚ ਆ ਕੇ ਪਰਮੇਸ਼ਰ ਦੀ ਪ੍ਰਾਪਤੀ ਵਾਸਤੇ ਹੀ ਸਭ ਤੋਂ ਪਹਿਲਾਂ ਗੁਰੂ ਅਕਾਲ ਪੁਰਖ ਨੂੰ ਧਾਰਨ ਕੀਤਾ। ਉਦੋਂ ਬਾਅਦ ਜਿੱਥੋਂ ਕਿੱਥੋਂ ਵੀ ਦੱਤਾਤਰੇय ਜੀ ਨੂੰ ਸਿੱਖਿਆ ਮਿਲੀ, ਸੇਧ ਮਿਲੀ, ਉਹਨੂੰ ਵੀ ਆਪਣਾ ਸਿੱਖਿਆ ਦਾਤਾ ਉਸਤਾਦ ਗੁਰੂ ਮੰਨ ਲਿਆ। ਹੋਏ ਸੰਸਾਰ ਦੇ ਵਿੱਚ ਰਹਿੰਦਿਆਂ ਵਿਚਰਦਿਆਂ 24 ਥਾਵਾਂ ਤੋਂ ਇਹਨੇ ਸਿੱਖਿਆ ਹਾਸਲ ਕੀਤੀ ਸੀ, ਸੇਧ ਲਈ ਸੀ। ਜਿਹੜਾ ਕੋਈ ਸਿੱਖਿਆ ਦੇਵੇ ਉਹੀ ਉਸਤਾਦ ਹੁੰਦਾ ਹੈ, ਵਿਦਿਆ ਦੇਵੇ ਵਿਦਿਆ ਦਾਤਾ ਹੁੰਦਾ ਹੈ, ਕੋਈ ਗੁਣ ਦੇਵੇ ਤੇ ਗੁਣ ਦਾਤਾ ਹੁੰਦਾ ਹੈ। ਉਹ ਜਿਹੜਾ ਫਰੀ ਦੇਵੇ ਉਹ ਗੁਰੂ ਹੀ ਹੁੰਦਾ ਹੈ। ਉਹ ਜਿਸ ਤਰ੍ਹਾਂ ਇਹਨੇ ਸਮੇਂ ਅਨੁਸਾਰ 24 ਗੁਰੂ ਧਾਰੇ, ਉਹ ਆਪਾਂ ਪ੍ਰਸੰਗ ਪੜ੍ਹ ਰਹੇ ਸੀ। ਜਿਵੇਂ 13ਵਾਂ ਗੁਰੂ ਧਾਰਿਆ, ਉਹਦਾ ਪ੍ਰਸੰਗ ਆਪਾਂ ਅਖੀਰ 'ਤੇ ਸੁਣਿਆ ਸੀ। ਅੱਜ ਜਿਵੇਂ 14ਵਾਂ ਗੁਰੂ, ਇੱਕ ਪਤਵਰਤਾ ਜਿਹੜੀ ਇਸਤਰੀ ਹੈ, ਜੋ ਆਪਣੇ ਪਤੀ ਦੇ ਧਰਮ ਦੇ ਵਿੱਚ ਹੀ ਲੀਨ ਹੈ, ਉਹ ਤੋਂ ਸਿੱਖਿਆ ਲੈ ਕੇ, ਸੇਧ ਲੈ ਕੇ ਵੀ ਇਉਂ ਜਿਵੇਂ ਉਹ ਪਤੀ ਨੂੰ ਸਭ ਕੁਝ ਸਮਝ ਰਹੀ ਹੈ, ਜੋ ਪਰਮੇਸ਼ਰ ਨੂੰ ਸਭ ਕੁਝ ਸਮਝਦਾ ਹੈ, ਪਰਮੇਸ਼ਰ ਨਾਲ ਹੀ ਪ੍ਰੇਮ ਕਰਦਾ ਹੈ, ਪਰਮੇਸ਼ਰ ਤੇ ਹੀ ਸ਼ਰਧਾ ਰੱਖਦਾ ਹੈ, ਪਰਮੇਸ਼ਰ ਤੋਂ ਬਗੈਰ ਹੋਰ ਵੱਲ ਝਾਕਦਾ ਹੀ ਨਹੀਂ ਹੈ। ਉਹ ਹੀ ਪਰਮੇਸ਼ਰ ਦੀ ਪ੍ਰਾਪਤੀ ਕਰ ਲੈਂਦਾ ਹੈ। ਉਹ ਪਤਵਰਤਾ ਇਸਤਰੀਆਂ ਸੰਸਾਰ ਦੇ ਵਿੱਚ ਨਾ ਮਾਤਰੀ ਹੋਈਆਂ। ਜਿਵੇਂ ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਦੇ ਸਮੇਂ ਇੱਕ ਕਾਬਲ ਦੀ ਇਹ ਪਤਵਰਤਾ ਇਸਤਰੀ ਹੋਈ ਹੈ, ਜਿਹਦਾ ਨਾਮ ਸੀ ਸੇਵਾ। ਜਦੋਂ ਗੁਰੂ ਅਮਰਦਾਸ ਮਹਾਰਾਜ ਜੀ ਨੇ ਬੋਲੀ ਸਾਹਿਬ ਦੀ ਸੇਵਾ ਪ੍ਰਾਰੰਭ ਕੀਤੀ ਹੈ, ਉਹ ਸੇਵਾ ਦੇ ਵਿੱਚ ਉਹ ਹਾਜ਼ਰ ਹੋ ਜਾਂਦੀ ਸੀ ਤੇ ਸ਼ਾਮ ਨੂੰ ਗੁਪਤ ਹੋ ਜਾਂਦੀ ਸੀ। ਫਿਰ ਗੁਰੂ ਸਿੱਖਾਂ ਨੇ ਉਹਦੇ ਵੱਲ ਨਹੀਂ ਦੇਖ ਦੂਖ ਕੇ ਮਹਾਰਾਜ ਕੋਲ ਗੱਲ ਕੀਤੀ ਵੀ ਇੱਕ ਆਉਂਦੀ ਹੈ, ਬੜੇ ਤਨ ਮਨ ਨਾਲ ਸੇਵਾ ਕਰ ਰਹੀ ਹੈ। ਇਸੇ ਤਰ੍ਹਾਂ ਸੇਵਾ ਕਰਦੀ ਉਹ ਦੋਵੇਂ ਹੱਥ ਜੇ ਕਈ ਵਾਰੀ ਗਾਹ ਨੂੰ ਜੀ ਕਰਦੀ ਹੈ, ਤੇ ਸ਼ਾਮ ਨੂੰ ਪਤਾ ਨਹੀਂ ਵੀ ਕਿੱਧਰ ਨੂੰ ਲੋਪ ਹੋ ਜਾਂਦੀ ਹੈ। ਸਵੇਰੇ ਫੇਰ ਵਚਨ ਚੇਤ ਪ੍ਰਗਟ ਹੋ ਜਾਂਦੀ ਹੈ। ਗੁਰੂ ਅਮਰਦਾਸ ਸਾਹਿਬ ਮਹਾਰਾਜ ਜੀ ਨੇ ਕਿਹਾ ਵੀ ਕੱਲ੍ਹ ਨੂੰ ਜਦੋਂ ਆਏ ਤੇ ਸਾਡੇ ਕੋਲ ਉਹਨੂੰ ਬੁਲਾ ਕੇ ਲਿਆਉਣਾ।
ਜਦੋਂ ਆਈ ਹੈ ਤੇ ਗੁਰਸਿੱਖਾਂ ਨੇ ਕਹਿਤਾ ਵੀ ਮਹਾਰਾਜ ਤੈਨੂੰ ਬੁਲਾਉਂਦੇ, ਇਹ ਆ ਗਈ ਹੈ। ਕਹਿਣ ਲੱਗੇ ਤੂੰ ਕਿੱਥੋਂ ਆਉਣੀ ਹੈ? ਸ਼ਾਮ ਨੂੰ ਤਾਂ ਇੱਥੇ ਰਹਿੰਦੀ ਨਹੀਂ, ਕਿੱਧਰ ਜਾਨੀ ਹੈ? ਫਿਰ ਇਸਨੇ ਹੱਥ ਜੋੜ ਕੇ ਕਹਿਤਾ ਮਹਾਰਾਜ ਮੈਂ ਆਪ ਦੇ ਗੁਰੂ ਕੇ ਸਿੱਖ ਦੀ ਪਤਨੀ ਹੈ, ਆਪਣੇ ਪਤੀਵਰਤ ਧਰਮ ਦੇ ਵਿੱਚ ਕਾਇਮ ਹੈ। ਸਿੱਖ ਆਪ ਜੀ ਦਾ ਮਹਾਨ ਨਾਮ ਬਾਣੀ ਨਾਲ ਜੁੜਿਆ ਹੋਇਆ ਹੈ। ਉਹਦੀ ਸੇਵਾ ਤੇ ਦੂਜਾ ਆਪਣੇ ਧਰਮ ਵਿੱਚ ਕਾਇਮ ਰਹਿਣ ਕਰਕੇ ਮਹਾਰਾਜ ਮੇਰੇ ਅੰਦਰ ਤਾਕਤ ਹੋਈ ਆਈ ਹੈ। ਹੁਣ ਮਹਾਰਾਜ ਪਤੀ ਦੀ ਆਗਿਆ ਨਾਲ ਮੈਂ ਕਰਦਾ ਕੰਮ ਕਾਰਜਾ ਕਰਕੇ ਇੱਕ ਬੱਚਾ ਹੈ, ਉਹਨੂੰ ਭੰਗੂੜੇ ਵਿੱਚ ਲਟਾ ਕੇ ਪਾ ਕੇ ਤੇ ਇੱਥੇ ਆ ਹੁੰਦੀ ਹੈ, ਸੇਵਾ ਕਰਦੀ ਹੈ ਤੇ ਸ਼ਾਮ ਨੂੰ ਮਹਾਰਾਜ ਵਾਪਸ ਕਾਬਲ ਪਰਤ ਜਾਨੀ ਹੈ। ਉਸ ਵੇਲੇ ਮਹਾਰਾਜ ਕਹਿੰਦੇ ਵੀ ਆ ਸਿੱਖ ਕਹਿੰਦੇ ਹੈ ਵੀ ਤੂੰ ਕਈ ਵਾਰੀ ਹੱਥ ਗਾਂਹ ਪਿਛਾਂਹ ਨੂੰ ਕਰਦੀ, ਉਹਦਾ ਕਾਰਨ ਕੀ ਹੈ? ਕਹਿਣ ਲੱਗੇ ਮਹਾਰਾਜ ਮੈਂ ਜਦੋਂ ਇੱਧਰ ਨੂੰ ਚੱਲਦੀ ਹਾਂ ਬੱਚੇ ਨੂੰ ਭੰਗੂੜੇ ਵਿੱਚ ਪਾ ਨਹੀਂ ਹੈ, ਉਹ ਕਈ ਵਾਰੀ ਫਿਰ ਰੋਣ ਲੱਗ ਪੈਂਦਾ ਹੈ। ਉਹਨੂੰ ਬੁਲਾਉਣ ਵਾਸਤੇ ਫਿਰ ਇੱਥੋਂ ਮਹਾਰਾਜ ਮੈਂ ਭੰਗੂੜੇ ਨੂੰ ਹੁਲੋਰਾ ਜਾ ਦੇ ਦਿੰਦੀ ਹੈ, ਉਹ ਹਿਲ ਚੁਲ ਜਾਂਦਾ ਹੈ, ਝੂਟਣ ਲੱਗ ਜਾਂਦਾ ਭੰਗੂੜਾ, ਜਾਂ ਫਿਰ ਚੁੱਪ ਕਰ ਜਾਂਦਾ ਹੈ। ਮਹਾਰਾਜ ਕਹਿੰਦੇ ਵੇਖ ਲਓ ਗੁਰਸਿੱਖੋ, ਇਹ ਆਪਣੇ ਧਰਮ ਦੇ ਵਿੱਚ ਕਹਿਣ ਦਾ ਕਿੰਨਾ ਮਹਾਨ ਬਲ ਹੈ। ਥੋੜ੍ਹੀਆਂ ਹੋਈਆਂ ਪੁਰਾਣਾ ਦੇ ਵਿੱਚ ਇੱਕ ਲੜਕੀ ਦਾ ਵੀ ਪ੍ਰਸੰਗ ਇਸੇ ਤਰ੍ਹਾਂ ਦਾ ਹੀ ਆਉਂਦਾ ਹੈ ਵੀ ਉਹ ਪਤਵਰਤਾ ਸੀ, ਉਹਦੇ ਪਤੀ ਨੂੰ ਕਿਸੇ ਨੇ ਸ਼ਰਾਪ ਦੇ ਦਿੱਤਾ ਸੀ ਵੀ ਦਿਨ ਚੜ੍ਹਦੇ ਨਾਲ ਸੂਰਜ ਚੜ੍ਹਦੇ ਨਾਲ ਮਰ ਜਾਏ। ਜਦੋਂ ਉਹਨੂੰ ਪਤਾ ਚੱਲਿਆ ਵੀ ਬਿਨਾਂ ਕਸੂਰ ਤੋਂ ਮੇਰੇ ਪਤੀ ਨੂੰ ਐਵੇਂ ਕਹਿਤਾ, ਫਿਰ ਉਹ ਕਹਿੰਦੀ ਮੈਂ ਸੂਰਜ ਹੀ ਨਹੀਂ ਚੜ੍ਹਨ ਦਿੰਦੀ, ਪਤੀ ਸੂਰਜ ਚੜ੍ਹੇ ਮਰਨਾ। ਉਹ 12-13 ਦਿਨ ਕਹਿੰਦੇ ਸੂਰਜ ਚੜ੍ਹਿਆ ਸੀ। ਇਸ ਤਰ੍ਹਾਂ ਇਹ ਪੁਰਾਣਾ ਵਿੱਚ ਸਾਖੀ ਹੈ ਲੜਕੀ ਦੀ। ਇੱਥੇ ਵਿੱਚ ਸੰਸਾਰ ਦੇ ਵਿੱਚ ਘੁੱਪ ਹਨੇਰ ਫੈਲ ਗਿਆ, ਰੌਲਾ ਪੈ ਗਿਆ ਵੀ ਸੂਰਜ ਨਹੀਂ ਚੜ੍ਹਦਾ ਹੈ। ਫਿਰ ਇਹ ਪਤਾ ਕੀਤਾ ਵੀ ਹਾਂ ਇੱਕ ਪਤਵਰਤਾ ਲੜਕੀ ਹੈ, ਬੀਬੀ ਹੈ, ਉਹਨੂੰ ਕਿਸੇ ਨੇ ਪਤੀ ਨੂੰ ਸ਼ਰਾਪ ਦੇ ਦਿੱਤਾ ਕਿਸੇ ਕਾਰਨ ਕਰਕੇ ਵੀ ਦਿਨ ਸੂਰਜ ਚੜ੍ਹਦੇ ਨੇ ਮਰ ਜੇ। ਔਰ ਕਸੂਰ ਕੋਈ ਹੈ ਨਹੀਂ ਹੈ ਤੇ ਐਵੇਂ ਕਹਿ ਦਿੱਤਾ ਮਰ ਜੇ। ਉਹਨੇ ਕਹਿੰਦੇ ਮੈਂ ਆਪਣੇ ਪਤਵਰਤਾ ਧਰਮ ਦੇ ਬਲ ਨਾਲ ਸੂਰਜ ਨਹੀਂ ਚੜ੍ਹਨ ਦੇਵਾਂਗੀ। ਉਹ ਸੂਰਜ ਜਿਹੜਾ ਸਕੂ ਜਿਹੜਾ ਇਹ ਬਚਨ ਕਰੇ ਵੀ ਹਾਂ ਪਤੀ ਮਰੂਗਾ ਤੇ ਫਿਰ ਉਹਨੂੰ ਜੀਣਾ ਕਰਦੇ। ਫਿਰ ਦੇਵਤਿਆਂ ਨੇ ਕਹਿੰਦੇ ਆ ਕੇ ਕਿਹਾ ਸੀ ਵੀ ਤੂੰ ਇਹ ਬਚਨ ਨੂੰ ਵਾਪਸ ਲੈ, ਸੂਰਜ ਨੂੰ ਚੜ੍ਹਨ ਦੇ। ਕਹਿੰਦੇ ਤੁਸੀਂ ਕਹੋ ਵੀ ਹਾਂ ਪਤੀ ਜਿਉਂਦਾ ਕਰਾਂਗੇ ਅਸੀਂ। ਫਿਰ ਉਹਨਾਂ ਨੇ ਕਿਹਾ ਵੀ ਹਾਂ ਅਸੀਂ ਬਚਨ ਦਿੰਦੇ ਹਾਂ, ਤੂੰ ਕਹਿ ਸੂਰਜ ਚੜ੍ਹ ਜਾਏ, ਅਸੀਂ ਕਹਾਂਗੇ ਤੇਰਾ ਪਤੀ ਜਿਉਂਦਾ ਹੋ ਜਾਏ। ਇਸ ਤਰ੍ਹਾਂ ਦੀ ਜਾਣੀ ਉਹ ਪਤਵਾਰ ਧਰਮ ਦੀ ਇੱਕ ਸਾਖੀ ਸਨਾਤਨ ਮਤ ਦੇ ਪੁਸਤਕਾਂ ਵਿੱਚ ਵੀ ਆਉਂਦੀ ਹੈ। ਹਰੇ ਤਾਂ ਪ੍ਰਤਾਖੀ ਸੀ ਨਾ ਜਿਹਦੇ ਨਾਂ 'ਤੇ ਆ ਸ੍ਰੀ ਅੰਮ੍ਰਿਤਸਰ ਸਾਹਿਬ ਦੇ ਵਿੱਚ ਇੱਕ ਬਾਜ਼ਾਰ ਦਾ ਨਾਮ ਮਾਈ ਸੇਵਾ ਰੱਖਿਆ ਮਹਾਰਾਜ ਨੇ। ਇਸੇ ਤਰ੍ਹਾਂ ਵੀ ਇਹ ਦੱਤਾਤਰੇय ਜਦੋਂ ਚਲਿਆ ਜਾ ਰਿਹਾ ਸੀ
ਦੇਖ ਦੇਖ ਕੇ ਦਰਸ਼ਨ ਕਰਨ ਵਾਸਤੇ ਸਭ ਇਹਦੇ ਪਿੱਛੇ ਭੱਜ ਰਹੇ ਸੀ। ਮਾਈਆਂ ਬੀਬੀਆਂ ਜਿਹੜੀਆਂ ਬਜ਼ੁਰਗ ਉਹ ਵੀ, ਨੌਜਵਾਨ ਵੀ, ਛੋਟੀ ਉਮਰ ਵਿੱਚ ਵੀ। ਤੇ ਇਸ ਤਰ੍ਹਾਂ ਜਦੋਂ ਜਾ ਰਹੇ ਸੀ, ਫਿਰ ਇੱਕ ਪਤਵਰਤਾ ਇਸਤਰੀ ਨੂੰ ਇਹਨਾਂ ਨੇ ਦੇਖਿਆ ਨੀਝ ਲਾ ਕੇ। ਜਿਵੇਂ ਮਾਈ ਸੇਵਾ ਸੀ ਨਾ, ਇਹੋ ਜਿਹੀ ਸੀ ਇਹ ਵੀ। ਇਹ ਆਪਣੇ ਪਤੀ ਵਰਤ ਧਰਮ ਵਿੱਚ ਲੀਨ ਹੈ। ਇਹਨੇ ਕਿਸੇ ਪਾਸੇ ਨਿਗਾਹ ਕੀਤੀ ਨਹੀਂ ਵੀ ਕੌਣ ਜਾ ਰਿਹਾ, ਕੌਣ ਆ ਰਿਹਾ ਹੈ। ਉਹ ਦੇਖ ਕੇ ਫਿਰ ਦੱਤਾਤਰੇ ਨੇ ਇੱਥੋਂ ਸਿੱਖਿਆ ਲੈ ਲਈ ਵੀ ਉਹ ਪਰਮੇਸ਼ਰ ਵਿੱਚ ਕੋਈ ਲੀਨ ਹੋਵੇ ਜਿਵੇਂ ਇਹ ਲੀਨ ਹੈ। ਉਹ ਜਿਹੜੀ ਫਿਰ ਪਤਵਰਤਾ ਇਸਤਰੀ ਸੀ, ਉਹ ਕਿਹੋ ਜਿਹੀ ਸੀ, ਉਹਦੀ ਸੋਭਾ ਕੀਤੀ, ਸੁੰਦਰਤਾ ਬਿਆਨ ਕੀਤੀ। ਉਹ ਮਹਾਰਾਜ ਨੇ ਹੱਦ ਮੁਕਾਤੀ ਹੈ। ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਵਿੱਚ ਹੀ ਇਸਤਰੀ ਨੂੰ ਵਡਿਆਇਆ ਹੈ। ਸੋ ਕਿ ਮੰਦਾ ਆਖੀਏ ਜਿ ਜੰਮੈ ਰਾਜਾਨ। ਦੂਜਿਆਂ ਮੱਤਾਂ ਵਿੱਚ ਇਸਤਰੀ ਨੂੰ ਬਹੁਤ ਮਾੜੇ ਤੋਂ ਮਾੜਾ ਕਿਹਾ ਹੈ। ਉਹ ਗੁਰੂ ਨਾਨਕ ਸਾਹਿਬ ਜੀ ਨੇ ਬੁਲੰਦ ਆਵਾਜ਼ ਕੀਤੀ ਸੀ ਵੀ ਇਹ ਕਿਉਂ ਮਾੜੀ ਹੈ। ਇਹ ਤੋਂ ਰਾਜੇ ਮਹਾਰਾਜੇ ਜਨਮ ਲੈਂਦੇ, ਰਿਸ਼ੀ ਮੁਨੀ ਅਵਤਾਰ ਸਭ ਇਸੇ ਪੇਟ ਤੋਂ ਆਉਂਦੇ। ਇਹ ਤੋਂ ਹੀ ਪੈਦਾ ਹੋ ਕੇ ਤੁਸੀਂ ਇਹਨੂੰ ਮਾੜੀ ਕਹੀ ਜਾਂਦੇ। ਇਹੀ ਗੱਲ ਮਨ ਚੋਰੀ ਹੈ, ਮੂੰਹ ਵਿੱਚ ਗੁਰਕੀਆਂ ਪਾ ਪਾ ਕੇ ਤੁਹਾਨੂੰ ਪਾਲਦੀਆਂ ਪੋਸਦੀਆਂ, ਵੱਡੇ ਹੋ ਕੇ ਤੁਸੀਂ ਇਹਨੂੰ ਮਾੜਾ ਕਹਿਣ ਲੱਗ ਪੈਂਦੇ ਆ। ਇਹ ਪੰਡ ਨਮੀ ਹੈ, ਪੰਡ ਜੰਮੀ ਹੈ, ਪੰਡ ਹੋਵੇ ਪੰਡੋ ਪੰਡ ਮੰਗਣ ਵੀ ਆਹੋ, ਪੰਡੋ ਚੱਲੇ ਦੋਸਤੀ ਦੋਸਤੀ, ਪੰਡੋ ਚੱਲੇ ਰਾਹੋ। ਪੰਡ ਮੂਆ ਪੰਡ ਵਾਲੀਏ, ਪੰਡ ਹੋਵੇ ਬੰਧਾਨ। ਸੋ ਕਹਿ ਮੰਦਾ ਆਖੀਏ ਜਿਤ ਜੰਮੈ ਰਾਜਾਨ। ਪੰਡੋ ਹੀ ਪੰਡ ਬੁਝਾ, ਪੰਡਾ ਬਾਜ ਨਾ ਕੋਈ। ਇਹ ਜਦੋਂ ਪੈਦਾ ਹੁੰਦੇ ਉਸ ਤੋਂ ਬਗੈਰ ਕੋਈ ਹੈ ਨਹੀਂ ਹੈ। ਸਾਰੇ ਸ੍ਰੀ ਪਦ ਵਿਆਹ ਭਰਿਆ ਗ੍ਰਸਤੀ ਹੈ। ਆ ਇੱਕ ਪਰਮੇਸ਼ਰ ਹੈ, ਉਹ ਇਹ ਤੋਂ ਬਾਹਰ ਹੈਗਾ, ਪਰ ਫਿਰ ਵੀ ਮਾਇਆ ਰੂਪ ਇਸਤਰੀ ਬਿਨਾਂ ਉਹਦਾ ਵੀ ਨਹੀਂ ਸਰਦਾ। ਜਦੋਂ ਸੰਸਾਰ ਰਚਣਾ ਹੁੰਦਾ ਨਾ, ਉਦੋਂ ਇਹਦਾ ਸਹਾਰਾ ਲੈਂਦਾ, ਇਹਨੂੰ ਸੱਤਿਆ ਦਿੰਦਾ, ਇਹ ਸਾਰਾ ਕੁਝ ਕਰ ਕਰਾ ਦਿੰਦੀ ਹੈ। ਪਰਮੇਸ਼ਰ ਦੀ ਮਾਇਆ ਰੂਪ ਪਤਨੀ ਉਹਦੇ ਅਧੀਨ ਹੋ ਕੇ ਰਹਿੰਦੀ ਹੈ, ਸਾਰੇ ਕਾਰਜ ਕਰਦੀ ਹੈ। ਉਹ ਜਿਵੇਂ ਦੱਤਾਤਰੇय ਨੇ ਇਸ ਪਤਵਰਤਾ ਇਸਤਰੀ ਨੂੰ ਆਪਣਾ ਗੁਰੂ ਮੰਨ ਲਿਆ ਸੀ ਤੇ ਆਪਣੇ ਚੇਲਿਆਂ ਨੂੰ ਸਿੱਧ ਦੇ ਦਿੱਤੀ ਸੀ ਵੀ ਇਸ ਤਰ੍ਹਾਂ ਆਪਣੇ ਧਰਮ ਦੇ ਕੁਝ ਪੱਕਾ ਹੋਵੇ, ਉਹਨੂੰ ਪਰਮੇਸ਼ਰ ਦੀ ਪ੍ਰਾਪਤੀ ਹੋ ਜਾਊਗੀ। ਉਹ ਜਿਸ ਤਰ੍ਹਾਂ ਹੈ 24ਵਾਂ ਗੁਰੂ ਦੱਤਾਤਰੇय 14ਵਾਂ ਗੁਰੂ ਧਾਰਿਆ ਸੀ, ਇਸ ਨੂੰ ਮੰਨਿਆ ਸੀ। ਉਹ ਪ੍ਰਸੰਗ ਚੱਲ ਰਿਹਾ ਹੈ, ਉਹ ਜਿਵੇਂ ਆਉਂਦਾ ਆਪਾਂ ਸੁਣੀਏ ਜੀ। ਅਥ ਚਤੁਰਦਸਮੋ ਗੁਰ ਨਾਮ। ਹੁਣ ਜਿਵੇਂ 14ਵਾਂ ਗੁਰੂ ਇਹ ਦੱਤਾਤਰੇय ਨੇ ਧਾਰਿਆ, ਉਹ ਜਿਹੜਾ ਨਾਮ ਵਾਲਾ ਪ੍ਰਸੰਗ ਹੈ ਉਹ ਸਾਵਲ ਛੰਦ ਵਿੱਚ ਕਥਨ ਕਰਦੇ ਹਾਂ। ਚੱਲਿਓ ਦਤ ਰਾਜੰ। ਜਿਹੜਾ ਹੈ ਦੱਤਾਤਰੇय ਰਾਜਾ ਮਹਾਰਾਜਿਆਂ ਵਰਗਾ ਹੈ, ਉਹ ਅੱਗੇ ਨੂੰ ਚੱਲਿਆ ਹੈ। ਲਖੇ ਪਾਪ ਭਾਜੰ। ਜਿਹਨੂੰ ਵੇਖ ਕੇ ਪਾਪ ਜਿਹੜੇ ਭੱਜ ਜਾਂਦੇ ਆ। ਪਾਪ ਜਿਹੜਾ ਦਰਸ਼ਨ ਕਰਦਾ ਦੱਤਾਤਰੇय ਦੇ, ਉਹਦੇ ਕੋਲੋਂ ਪਾਪ ਦੌੜ ਜਾਂਦੇ ਆ, ਪੁੰਨ ਆ ਜਾਂਦੇ ਹਨ। ਜਿਨੈ ਨੈਕ ਪੇਖਾ। ਜਿਨ੍ਹਾਂ ਨੇ ਵੀ
ਥੋੜੇ ਮਾਤਰੀ ਦੱਤਾਤਰੇ ਨੂੰ ਤੱਕਿਆ ਦਰਸ਼ਨ ਕੀਤੇ ਹਨ। ਗੁਰੂ ਤੁਲ ਲੇਖਾ ਉਸਨੇ ਤਾਂ ਫਿਰ ਗੁਰੂ ਦੇ ਬਰਾਬਰ ਹੀ ਲਿਖਾ ਕੀ ਜਾਣ ਲਿਆ, ਸਮਝ ਲਿਆ ਇਹ ਜਿਹੜੇ ਮੈਂ ਦਰਸ਼ਨ ਕਰ ਰਿਹਾ ਇਸ ਤੋਂ ਬਾਅਦ ਮੇਰਾ ਇਹ ਗੁਰੂ ਹੈ। ਭਾਵੇਂ ਸਿੱਖਿਆ ਲਈ ਨਹੀਂ, ਉਦੋਂ ਦਰਸ਼ਨ ਕਰਕੇ ਆਪਣੇ ਮਨ ਵਿੱਚ ਮੰਨ ਲਿਆ, ਗੁਰੂ ਦੇ ਬਰਾਬਰ ਨੂੰ ਸਮਝ ਲਿਆ। ਮਹਾ ਜੋਤ ਰਾਜੈ ਜਿਸ ਦੱਤਾਤਰੇ ਦੇ ਚਿਹਰੇ ਦੀ ਜਿਹੜੀ ਜੋਤ ਹੈ ਉਹ ਕ੍ਰਾਂਤੀ ਹੈ, ਉਹ ਰਾਜ ਦੀ ਸੋਭਦੀ ਹੈ, ਨੂਰਾਨੀ ਚਿਹਰਾ ਹੈ। ਲਖੈ ਪਾਪ ਭਾਜੈ ਹਾਂ, ਜਿਹੜਾ ਵੇਖਦਾ ਐਸੇ ਚਿਹਰੇ ਨੂੰ ਉਹਦੇ ਪਾਪ ਭੱਜ ਜਾਂਦੇ, ਪਾਪ ਨੱਟ ਜਾਂਦੇ ਹਨ। ਮਹਾ ਤੇਜ ਸੋ ਹੈ ਹਾਂ, ਚਿਹਰੇ ਦਾ ਜਿਹੜਾ ਤੇਜ ਪ੍ਰਤਾਪ ਹੈ ਬੜਾ ਸੋਹਣਾ ਹੈ। ਇੱਕ ਤਾਂ ਹੁੰਦਾ ਨਾ ਸੜਿਆ ਮੱਚਿਆ ਜਿਹਾ, ਇੱਕ ਹੁੰਦਾ ਤੇਜ ਪ੍ਰਤਾਪ ਵਾਲਾ ਚਿਹਰਾ, ਦਗ ਦਗ ਕਰਦਾ ਚਿਹਰਾ, ਜਿਹਦੇ ਸਾਹਮਣੇ ਕੋਈ ਝਾਕ ਨਹੀਂ ਹੁੰਦਾ ਹੈ। ਜਿਹੜਾ ਕੋਈ ਜ਼ਿਆਦਾ ਜਪ ਤਪ ਕਰਦੇ ਹੈ ਉਹਨਾਂ ਦੇ ਚਿਹਰੇ ਦੇ ਉੱਪਰ ਵੀ ਐਸਾ ਤੇਜ ਪ੍ਰਤਾਪ ਆ ਜਾਂਦਾ ਹੈ, ਉਹਨਾਂ ਦੇ ਸਾਹਮਣੇ ਨਹੀਂ ਕੋਈ ਝਾਕ ਸਕਦਾ ਹੁੰਦਾ। ਜਦੋਂ ਉਹ ਝਾਕੂਗੀ ਝੱਟ ਉਹਦੀਆਂ ਅੱਖਾਂ ਨੀਵੀਆਂ ਪੈ ਜਾਣਗੀਆਂ। ਉਹੀ ਬੰਦਗੀ ਦਾ ਪ੍ਰਤਾਪ ਹੁੰਦਾ ਹੈ। ਉਹ ਕਹਿੰਦੇ ਮਹਾਨ ਜਿਹੜਾ ਤੇਜ ਪ੍ਰਤਾਪ ਵਾਲਾ ਉਹ ਚਿਹਰਾ ਸੋਹਣਾ ਸੋਭਦਾ ਹੈ। ਸਿਵ ਊ ਤੁਲ ਕੋ ਹੈ ਤੇ ਜਿਹੜਾ ਸ਼ਿਵ ਜੀ ਹੈ ਉਹ ਵੀ ਭਲਾ ਇਹਦੇ ਬਰਾਬਰ ਕੌਣ ਹੋ ਸਕਦਾ ਹੈ। ਭਾਵੇਂ ਸ਼ਿਵ ਜੀ ਦਾ ਹੀ ਅਵਤਾਰ ਹੈ, ਪਰ ਕਹਿੰਦੇ ਹੁਣ ਇਸ ਸਮੇਂ ਉਹ ਜਿਹੜਾ ਸ਼ਿਵ ਜੀ ਹੈ ਭਲਾ ਕੌਣ ਇਹਦੇ ਤੁਲ ਹੋਇਆ। ਸ਼ਿਵ ਜੀ ਵੀ ਤੋਂ ਵੀ ਇਹ ਮਹਾਨ ਹੈ ਦੱਤਾਤਰੇ। ਜਿਨੈ ਨੈਕ ਪੇਖਾ ਜਿਨ੍ਹਾਂ ਨੇ ਥੋੜੇ ਮਾਤਰੀ ਤੱਕਿਆ ਹੈ, ਦੇਖਿਆ ਹੈ। ਮਨੋ ਮੈਨ ਦੇਖਾ ਮਨੋ ਵੀ ਉਹਨਾਂ ਨੇ ਕਾਮਦੇਵ ਦੇ ਦਰਸ਼ਨ ਕਰ ਲਏ। ਵੀ ਕਹਿੰਦੇ ਹੈ ਵੀ ਸੁਣਿਆ ਕਾਮਦੇਵ ਬਹੁਤ ਸੋਹਣਾ ਹੈ। ਉਹ ਕਹਿੰਦੇ ਵੀ ਆ ਦੱਤਾਤਰੇ ਨਹੀਂ ਜਾਂਦਾ, ਕਾਮਦੇਵ ਵੀ ਜਾ ਰਿਹਾ ਦੱਤਾਤਰੇ ਬਣ ਕੇ। ਉਹ ਕਾਮਦੇਵ ਨੂੰ ਦੇਖਿਆ ਹੈ। ਸਹੀ ਬ੍ਰਹਮ ਜਾਨਾ ਕਈਆਂ ਨੇ ਤਾਂ ਸਹੀ ਨਿਸ਼ਚੇ ਕਰਕੇ ਵੀ ਇਹ ਬ੍ਰਹਮ ਹੀ ਹੈ, ਪਰਮੇਸ਼ਰ ਹੀ ਜਾ ਰਿਹਾ, ਉਹ ਜਾਣਿਆ ਹੈ। ਨਾ ਦੁਐ ਭਾਵ ਆਨਾ ਹੋਰ ਜਿਹੜਾ ਕੋਈ ਦੁਐ ਦੂਜਾ ਭਾਵ ਹੈ, ਦੂਸਰਾ ਖਿਆਲ ਨਹੀਂ ਕੋਈ ਲੈਂਦਾ ਹੈ ਵੀ ਰੱਬ ਤੋਂ ਬਗੈਰ ਕੋਈ ਹੋਰ ਜਾ ਰਿਹਾ ਹੈ। ਇਹੀ ਖਿਆਲ ਜਾ ਲਿਆ ਵੀ ਇਹ ਪਰਮੇਸ਼ਰ ਹੀ ਜਾ ਰਿਹਾ, ਟੁਰਿਆ ਇਸ ਰੂਪ ਵਿੱਚ। ਰਿਜੀ ਸਰਬ ਨਾਰੀ ਉਹ ਦੱਤਾਤਰੇ ਰੱਬ ਨੂੰ ਜਾਂਦਿਆਂ ਵੇਖ ਵੇਖ ਕੇ ਜਿੰਨੀਆਂ ਇਸਤਰੀਆਂ ਹਨ ਸਾਰੀਆਂ ਪ੍ਰਸੰਨ ਹੋ ਗਈਆਂ ਹਨ। ਮਹਾ ਤੇਜ ਧਾਰੀ ਮਹਾਨ ਤੇਜ ਪ੍ਰਤਾਪ ਧਾਰਨ ਵਾਲੀਆਂ ਸਨ। ਨਾ ਹਾਰੰ ਸੰਭਾਰੈ ਆਪਣੇ ਗਲ ਦੇ ਜਿਹੜੇ ਕੋਈ ਹਾਰ ਹੈ ਉਹਨਾਂ ਨੂੰ ਵੀ ਉਹ ਸੰਭਾਲ ਨਹੀਂ ਰਹੀਆਂ। ਨਾ ਚੀਰ ਊਚ ਤਾਰੈ ਇਸੇ ਤਰ੍ਹਾਂ ਜਿਹੜੇ ਉੱਪਰ ਲਏ ਕੋਈ ਬਸਤਰ ਜੇ ਕੱਪੜੇ ਉਹਨਾਂ ਨੂੰ ਯਾਦ ਰੱਖ ਰਹੀਆਂ, ਉਹਨਾਂ ਦਾ ਵੀ ਨਹੀਂ ਖਿਆਲ ਰੱਖ ਰਹੀਆਂ ਹਨ। ਚੱਲੀ ਧਾਏ ਐਸੇ ਦੱਤਾਤਰੇ ਦੇ ਦਰਸ਼ਨ ਕਰਨ ਵਾਸਤੇ ਇਸ ਤਰ੍ਹਾਂ ਦੌੜ ਕੇ ਚਲੀਆਂ ਮਾਈਆਂ ਬੀਬੀਆਂ। ਨਦੀ ਨਾਵ ਜੈਸੇ ਇਸ ਤਰ੍ਹਾਂ ਕਹਿੰਦੇ ਨਦੀ ਦੇ ਵਿੱਚ ਬੇੜੀ ਚੱਲਦੀ ਹੁੰਦੀ ਹੈ, ਉਹ ਤੇਜ਼ ਚੱਲਦੀ ਹੁੰਦੀ ਹੈ, ਉਹ ਤੇਜ਼ ਚਲੀਆਂ ਆ ਰਹੀਆਂ ਦਰਸ਼ਨ ਕਰਨ ਲਈ। ਜੁਵਾ ਬ੍ਰਿਧ ਬਾਲੈ ਇਹਨਾਂ ਦੇ ਵਿੱਚੋਂ ਜਵਾਨ ਵੀ ਹਨ, ਬਿਰਧ ਵੀ ਹਨ ਤੇ ਬਾਲਕ ਅਵਸਥਾ ਵਾਲੀਆਂ ਬਾਲੜੀਆਂ ਵੀ ਹਨ। ਰਹੀ ਕੋ ਨਾ ਆਲੈ ਜਿਹਨੇ ਸੁਣਿਆ ਵੀ ਦੱਤਾਤਰੇ ਜੀ ਜਾ ਰਹੇ ਹੈ, ਕਹਿੰਦੇ ਕੋਈ ਮਾਬੀ ਨੌਜਵਾਨ ਬਿਰਧ ਬਾਲਕੀ ਆਪਣੇ ਘਰ ਵਿੱਚ ਨਹੀਂ ਰਹੀ ਹੈ, ਸਭ ਦਰਸ਼ਨ ਕਰਨ ਲਈ ਦੌੜ ਪਈਆਂ ਮਗਰ ਮਗਰ ਨੂੰ। ਲਹੀ ਏਕ ਨਾਰੀ ਹਾਂ, ਦੱਤਾਤਰੇ ਜੀ ਨੇ ਉਹਨਾਂ ਇਸਤਰੀਆਂ ਵਿੱਚੋਂ ਇੱਕ ਜਿਹੜੀ ਪਤ ਵਰਤਾ ਇਸਤਰੀ ਹੈ ਉਹ ਵੇਖੀ ਹੈ,
ਉਹ ਬਾਕੀ ਤੇ ਇਹਦੇ ਦਰਸ਼ਨ ਕਰਨ ਵਾਲੀ ਆ ਰਹੀਆਂ ਹਨ ਤੇ ਉਹ ਆਪਣੀ ਮਤਵਰਤਾ ਧਰਮ ਵਿੱਚ ਲੀਨ ਹੈ। ਉਹ ਝਾਕੀ ਨਹੀਂ ਹੈ ਕੌਣ ਆਇਆ ਤੇ ਕੌਣ ਗਿਆ ਹੈ। ਦੂਜੀਆਂ ਤਾਂ ਦੱਤਾਤਰੇ ਵੱਲੋਂ ਵੀ ਦੱਤਾਤਰੇ ਨੇ ਉਹ ਪਤਵਰਤਾ ਇਸਤਰੀ ਵੱਲੋਂ ਵੇਖਿਆ ਵੀ ਇਹ ਧਨ ਹੈ। ਇਹ ਵੇਖ ਲਓ ਵੀ ਆਪਣੇ ਧਰਮ ਵਿੱਚ ਕਾਇਮ ਹੈ ਵੀ ਹੋਰ ਪਾਸੇ ਝਾਕ ਹੀ ਨਹੀਂ ਰਹੀ ਹੈ, ਤੱਕ ਹੀ ਨਹੀਂ ਰਹੀ ਹੈ। ਉਹ ਕਹਿੰਦੇ ਉਹਨਾਂ ਵਿੱਚੋਂ ਇੱਕ ਪਤਵਰਤਾ ਇਸਤਰੀ ਨੇ ਤੱਕੀ ਹੈ ਸੋ ਧਰਮਾਂ ਤਿਕਾਰੀ, ਜੋ ਆਪਣੇ ਧਰਮ ਦੇ ਵਿੱਚ ਅਧਿਕਾਰ ਨੇ, ਇਹ ਆਪਣੇ ਧਰਮ ਦੇ ਵੀ ਧਰਮ ਦੇ ਅਨੁਸਾਰ ਅਧਿਕਾਰੀ ਹੈ, ਧਰਮ ਦੀ ਪਾਤਰ ਹੈ, ਉਹ ਭਾਂਡਾ ਹੈ। ਕਿਤੋ ਪਾਰਬਤੀ ਛੈ, ਹਾਂ ਕਹਿੰਦੇ ਉਹ ਜਿਹੜੀ ਪਤਵਾਰ ਇਸਤਰੀ ਹੈ ਉਹਨੂੰ ਦੇਖ ਕੇ ਉਹ ਅਨੁਮਾਨ ਕਰਦਾ ਦੱਤਾਤਰੇ ਖਿਆਲ ਕਰਦਾ ਵੀ ਇਹ ਪਤਵਾਰ ਇਸਤਰੀ ਕੀ ਸ਼ਿਵ ਜੀ ਦੇ ਘਰ ਵਾਲੀ ਪਾਰਬਤੀ ਹੈ। ਕਿਉਂਕਿ ਜਿਹੜੀ ਪਾਰਵਤੀ ਹੈ ਉਹ ਵੀ ਪਤਵਰਤਾ ਹੈ। ਜਨਮ ਜਨਮ ਕੀ ਰਗਰ ਹਮਾਰੀ ਬਰੂ ਸ਼ਮਦੋਂ ਤੋਂ ਰਹੂੰ ਕੁਮਾਰੀ। ਇਸ ਤਰ੍ਹਾਂ ਦੇ ਆ ਜਿਹੜੇ ਕੋਈ ਵਿਰਾਗੀ ਮਹੰਤ ਸਾਧੂ ਟੱਲੀਆਂ ਦੀਆਂ ਖੜਕਾਉਂਦੇ ਹੋਏ ਗੀਤ ਗਾਉਂਦੇ ਹੁੰਦੇ ਆ। ਮੇਰਾ ਇਹ ਧਰਮ ਹੈ ਵੀ ਕਿਉਂਕਿ ਸ਼ਿਵ ਜੀ ਤਾਂ ਮਰਦਾ ਨਹੀਂ ਹੈ, ਇਹ ਅਮਰ ਭੋਗ ਕੇ ਮਰ ਜਾਂਦੀ ਹੈ, ਫਿਰ ਜੰਮ ਪੈਂਦੀ ਹੈ, ਫਿਰ ਸਰ ਸੰਭਾਲ ਕੇ ਫਿਰ ਸ਼ਿਵ ਜੀ ਨੂੰ ਵਰ ਲੈਂਦੀ ਹੈ। ਉਹ ਕਥਾ ਕਹਿੰਦੇ ਅਮਰ ਕਥਾ ਸੁਣਾਈ ਸੀ ਨਹੀਂ ਸੁਣ ਸਕੀ ਸੀ ਤੈਨੂੰ ਮੇਰੀ। ਇਸ ਤਰ੍ਹਾਂ ਦੀਆਂ ਵੀ ਸਾਖੀਆਂ ਵੀ ਉਹ ਸੌ ਜਾਂਦੀ ਸੀ, ਤੋਤਾ ਸੁਣ ਗਿਆ ਸੀ ਇੱਕ ਵਾਰੀ। ਇਸ ਤਰ੍ਹਾਂ ਦੀਆਂ ਸਾਖੀਆਂ ਦੇ ਸੰਬੰਧ ਵਿੱਚ ਬਣਿਆ ਜਾਣੀ ਇਹਨੂੰ ਪਾਰਵਤੀ ਨੂੰ ਪਤਵਰਤਾ ਇਸਤਰੀ ਮੰਨਿਆ ਹੈ। ਉਹ ਦ੍ਰਿਸ਼ਟਾਂਤ ਰਹੇ ਅਥਵਾ ਕਹਿੰਦੇ ਜਿਵੇਂ ਸ਼ਿਵ ਜੀ ਦੀ ਘਰ ਵਾਲੀ ਪਾਰਵਤੀ ਹੈ ਮਨੋ ਉਹੀ ਹੈ। ਮਨੋ ਬਾਸ ਵੀ ਹੈ, ਹਾਂ ਇਸੇ ਤਰ੍ਹਾਂ ਬਾਸ ਵੀ ਇੰਦਰ ਦੇ ਘਰ ਵਾਲੀ ਜਿਹੜੀ ਸੱਚੀ ਹੈ ਇਹ ਵੀ ਪਤਵਰਤਾ ਹੀ ਹੈ। ਹੋਰ ਜਿੰਨੇ ਮਰਜੀ ਇੱਥੇ ਇੰਦਰ ਸਿੰਘਾਸਣ ਤੇ ਆ ਕੇ ਪੁੰਨ ਰੂਪ ਕਰਮ ਕਰਕੇ ਬੈਠ ਜਾਣ, ਬੈਠੀ ਜਾਣ, ਇਹ ਨਹੀਂ ਆਉਂਦੀ ਹੈ। ਜਿਵੇਂ ਪਿੱਛੇ ਪ੍ਰਸੰਗ ਆਇਆ ਹੈ ਨਾ ਤੇ ਉਹ ਦੇਵ ਲੋਕ ਤੇ ਸਿੰਘਾਸਣ ਵਿੱਚ ਜਾ ਬੈਠਾ ਸੀ ਤੇ ਉਹ ਫਿਰ ਉਹਨੇ ਕਿਹਾ ਵੀ ਬਾਕੀ ਤਾਂ ਸਾਰੇ ਆ ਗਏ, ਇੰਦਰ ਦੇ ਘਰ ਵਾਲੀ ਨਹੀਂ ਸੱਚੀ ਆਈ, ਉਹ ਵੀ ਮੇਰੀ ਆਗਿਆ ਵਿੱਚ ਹਾਜ਼ਰ ਹੋਣੀ ਚਾਹੀਦੀ, ਉਹ ਹੋਣੀ ਚਾਹੀਦੀ ਹੈ। ਫਿਰ ਉਹਨੇ ਸੁਨੇਹਾ ਭੇਜਿਆ ਵੀ ਜਿਹੜੇ ਲਿਖੀ ਹੈ ਉਹਨਾਂ ਤੋਂ ਪਾਲਕੀ ਚੁਕਾ ਕੇ ਤੇ ਫਿਰ ਤੂੰ ਇੱਥੇ ਆ ਜਾ ਤੇ ਲੈ ਜਾ। ਉਹ ਇਸ ਤਰ੍ਹਾਂ ਫਿਰ ਚੜ੍ਹ ਕੇ ਪਾਲਕੀ ਦੀ ਰਿਖੀਆਂ ਨੂੰ ਬੁਲਾ ਕੇ ਉਹਨੇ ਇੱਕ ਜੜ ਭਰਤ ਰਿਖੀ ਜਾਂ ਮਸਤ ਸੀ ਆਪਣੀ ਬੰਦਗੀ ਵਿੱਚ, ਉਹ ਡਿੱਗ ਟੋਲੇ ਜੇ ਖਾਂਦਾ ਜਾਵੇ। ਉਹਨੇ ਛਾਂਟਾ ਜਿਹਾ ਮਾਰਿਆ ਪਿੱਛੇ ਕਹਿੰਦਾ ਉਹ ਸਰਪ ਉਹ ਸੰਸਕ੍ਰਿਤ ਵਿਰਤ ਅਰਥ ਸਰਪ ਦਾ ਛੇਤੀ ਚੱਲ ਛੇਤੀ ਤੁਰ। ਉਹ ਜਦੋਂ ਨਹਾਈ ਹਟਿਆ ਉਹ ਜੜ ਭਰਤ ਕਹਿੰਦਾ ਉਹ ਸੱਪ ਤੂੰ ਬਣ ਕਾਮੀਆਂ। ਮੈਂ ਕਿਹਾ ਬਣਾ ਉਹ ਜਿਹੜਾ ਇੰਦਰ ਦੀ ਪਦਵੀ ਦੇ ਮਿੱਠਣ ਵਾਲਾ ਸੀ ਉਹ ਸੱਪ ਬਣ ਕੇ ਹੇਠਾਂ ਡਿੱਗ ਪਿਆ ਸੀ। ਇਹ ਆਪਣੇ ਪਤੀ ਪਰ ਧਰਮ ਇਹਨੇ ਬਚਾ ਲਿਆ ਸੀ ਸੱਚੀ ਨੇ। ਉਹ ਇਸ ਕਰਕੇ ਦ੍ਰਿਸ਼ਟਾਂਤ ਦੇ ਮਾਨੋ ਕਹਿੰਦੇ ਜਿਹੜੀ ਪਤਵਰਤਾ ਇਸਤਰੀ ਹੈ ਜਿਹਨੂੰ ਇਹ ਦੱਤਾਤਰੇ ਨੇ ਦੇਖਿਆ ਹੈ ਉਹ ਇੰਦਰ ਦੇ ਘਰ ਵਾਲੀ ਬਾਸੀ ਇੰਦਰਾਣੀ ਹੀ ਹੈ, ਸੱਚੀ ਹੈ। ਸ੍ਰੀ ਭਗਵਤੀ ਛੰਦ ਕੇ ਰਾਜਾ ਸ੍ਰੀ ਛੈ। ਹਾਂ ਕਿ ਰਾਜਾ ਸ੍ਰੀ ਛੈ ਸ਼੍ਰੀ ਰਾਜਾ ਸ੍ਰੀ ਛੈ ਜਿਹੜਾ ਸ਼ੈ ਦਾ ਅਰਥ ਹੈ ਯਾਨੀ ਸ਼੍ਰੀ ਦਾ ਅਰਥ ਹੈ ਲక్ష్ਮੀ,
भी राज लक्ष्मी है, विष्णु दे घर वाली जिहड़ी है राज लक्ष्मी है, ਜਾਂ ਰਾਜ ਦੀ लक्ष्मी है, राज दे घरे जिहड़ी माया हुंदी है ਉਹ है राज लक्ष्मी। ये जिहड़ी विष्णु दे घर वाली लक्ष्मी है, ये भी ये पतवर्त ही मनी है। जिथे विष्णु किते जाके अवतार धारदा उत्थे उहे जे रूप दे विच कहंदे प्रगट हो जाती, बन बुन जाती है। इस तरह के पुराणों में प्रसंग आने हैं। सो दृष्टांत दे रहे हैं महाराज, ये पतवर स्त्री है सभा विष्णु दे घर दी, ये राज लक्ष्मी ही है। के बिंदे लता छै, के बृंदेलता है, मुख शुद्ध पाठ बृंदेलता है, जिथे कीता है बृंदेलता है। इस रूपों में ज्यादा ये आंदा पर बृंदेलता है, छेदा अर्थ है वो बृंदेल नो मूंगे का हुंदा है। बृंदेल तो मूंगे दी जिवें वो गेली हुंदी है, मूंगे दी डली हुंदी है। मूंगा जिहड़ा फल जिहा हुंदा वो लाल लाल हुंदा है। जदों किसी लाल बुल्लां दी तशबीह दित्ती जाती है भी उत्थे मूंगा कहा जाता है भी उहदे मूंगे वर्गे बुल है, लाल लाल हुंदे है। इस तरह कहंदे वो मानो मूंगे दी डली है या मूंगे दी गेली है। बृंदल नो बैत का भी हुंदा है, कि मेरिया पुस्तकों में बृंदल आउंदा शब्द जिहदा अर्थ है बैत, इस करके बृंदेलता है। जाए बैत दी जिवें पूरी हुंदी है, लम्मी सारी हुंदी है ना बृंदी पूरी, दूजे तो बांस दियां पूरियां थोड़े थोड़े तां गंढां हुंदियां, इहदी पूरी बहुत लम्मी हुंदी है। इस तरह ये शोभा दे रहे है, जहाँ कहते बैल दी पूरी बाग ही है। के हई मादरजा है, जा जड़ा हिमाला भराड़ है वो तो जा पैदा होने वाली हिमाला दी जा पुत्री लड़की वो पार्वती ही है। के परमं प्रभा है, असवा कहते महान जिवें कोई शोभा ही होवे बैठी, ये महान शोभा ही है। के रामं त्रिया है, असवा जहाँ राम दी स्त्री है, राम दी स्त्री और सीता है। के राजं प्रभा है, असवा कहते राज दी शोभा है। के राजेश्वरी छै, हाँ इसे तरह के राजेश्वरी है, के राज ईश्वरी है, हाँ यानी राज भाग दी मालकन है। के रामा नजा छै, हाँ के रमान जाश है, शह शब्द सारा बखरा है। रामान जाश है, जानो पैदा होने जानो जाई हुई, जिला बलराम है ओदी आनजा बन जूगा। आनजा नो छोटी दा हुंदा राम आनजा, भी जिहड़ा बलराम है ओदी छोटी भैन है, उस भद्रा सी ओदा नां, जिहड़ा अर्जन दे नाल ब्याह होया सी। पिछे प्रसंग आई चुके हैं पर पढ़े ही है। जहाँ कहते बलराम दी छोटी भैन सपदराई है पतवर्ता स्त्री। के कालिंदर का छै, अथवा जी कालिंदरी है वो एक पुल्हाड़ का ना कलिंद है। जो कलिंद पहाड़ तो पैदा हुई है, जमुना उहदे तो निकली है। कलिंद ना सूर्य का भी है,
ਸੂਰਜ ਦੇ ਘਰ ਦੇ ਵਿੱਚ ਇੱਕ ਲੜਕੀ ਪੈਦਾ ਹੋਈ ਜਿਹਦਾ ਨਾਂ ਜਮਨਾ ਸੀ। ਇਸ ਤਰ੍ਹਾਂ ਅਥਵਾ ਕਹਿੰਦੇ ਜਾਏ ਕਲਿੰਦਰ ਕਾ ਹੈ, ਕਲਿੰਦਰ ਕਾ ਛੈ। ਇਹ ਜਮਨਾ ਸੂਰਜ ਦੀ ਪੁੱਤਰੀ ਹੀ ਹੈ। ਕਿ ਕਾਮੰ ਪ੍ਰਭਾ ਛੈ। ਜਾਂ ਕਹਿੰਦੇ ਜਿਹੜੀ ਕਾਮ ਦੀ ਹੀ ਸ਼ੋਭਾ ਹੈ। ਕਿ ਦੇਵਾਨਜਾ ਹੈ। ਅਥਵਾ ਜਿਹੜੀ ਦੇਵਤਿਆਂ ਦੀ ਅਨਜਾ, ਦੇਵਤਿਆਂ ਦੀ ਛੋਟੀ ਲੜਕੀ, ਦੇਵਤਿਆਂ ਦੀ ਕੋਈ ਸੁਪੁੱਤਰੀ ਹੈ। ਕਿ ਦਇਤੇ ਸਰਾ ਹੈ। ਜਾਂ ਜਿਹੜਾ ਕੋਈ ਦੈਂਤਾਂ ਦੀ ਰਾਣੀ ਮਹਾਰਾਣੀ ਹੈ, ਦੈਤਰੇਸਰਾ ਹੈ। ਦੈਂਤਾਂ ਦਾ ਜਿਹੜਾ ਈਸ਼ਰ ਸੀ ਉਹ ਸ਼ੁਕਰਾਚਾਰਜ ਸੀ, ਉਹਦੀ ਸੁਪੁੱਤਰੀ ਸੀ ਦੇਵਜਾਨੀ। ਇਸ ਤਰ੍ਹਾਂ ਜਿਹੜਾ ਦੈਂਤਾਂ ਦਾ ਈਸ਼ਵਰ ਹੈ ਉਹਦੀ ਕੋਈ ਸੁਪੁੱਤਰੀ ਹੈ ਜੋ ਦੇਵਜਾਨੀ ਹੀ ਹੈ। ਕਿ ਸਾਵਿਤਰ ਕਾ ਛੈ। ਇਸੇ ਤਰ੍ਹਾਂ ਜਾਓ ਸਵਿਤਰੀ ਨੇ ਰੂਪ ਧਾਰਨ ਕੀਤਾ ਹੋਇਆ ਹੈ। ਕਿ ਗਾਇਤਰੀਆ ਛੈ। ਜਾਂ ਜਿਹੜੀ ਆ ਗਾਇਤਰੀ ਹੈ ਇਹੀ ਆਈ ਹੋਈ ਹੈ ਸੰਸਾਰ ਦੇ ਵਿੱਚ। ਕਿ ਦੇਵੇਸ਼ਵਰੀ ਹੈ। ਜਾਂ ਦੇਵਤਿਆਂ ਦੀ ਸਵਾਮਣੀ ਹੈ, ਦੇਵਤਿਆਂ ਦੀ ਮਾਲਕਣ ਹੈ ਇਹ। ਕਿ ਰਾਜੇਸ਼ਵਰੀ ਛੈ। ਜਾਂ ਕਹਿੰਦੇ ਰਾਜੇਸ਼ਵਰੀ, ਰਾਜ ਲక్ష్ਮੀ ਹੈ। ਜਾਂ ਜਿਹੜਾ ਰਾਜ ਭਾਗ ਦਾ ਈਸ਼ਵਰ ਹੈ ਉਹ ਜਿੰਨਾ ਰਾਜ ਭਾਗ ਦਾ ਸਮਾਨ ਹੈ ਉਸਨੇ ਦੇ ਧਾਰ ਕੇ ਇੱਥੇ ਦਰਸ਼ਨ ਦਿੱਤੇ ਹੋਏ ਹਨ। ਹਾਂ, ਰਾਜੇਸ਼ਵਰੀ ਹੈ, ਰਾਜਿਆਂ ਦੀ ਮੂਰਤੀ ਹੀ ਹੈ। ਕਿ ਮੰਤਰਾਵਲੀ ਹੈ। ਜਾਂ ਜਿਹੜੇ ਤਰ੍ਹਾਂ ਤਰ੍ਹਾਂ ਦੇ ਮੰਤਰ ਹਨ ਉਹਨਾਂ ਦੀ ਆਵਲੀ ਪੰਗਤੀ ਹੈ, ਲੜੀ ਹੈ। ਕਿ ਤੰਤਰਾ ਲਕਾ ਛੈ। ਜਾਂ ਤੰਤਰ ਜਿਹੜੇ ਹਨ ਉਹਨਾਂ ਦਾ ਕਹਿੰਦੇ ਮਾਲਾ ਹੈ, ਹਲਕਾ ਮਾਲਾ ਹੈ। ਕਿ ਹਈ ਮਦਰਜਾ ਛੈ। ਜਾਂ ਕਹਿੰਦੇ ਹਈ ਮਾਲ ਦਰਜਾ, ਜਿਹੜਾ ਹਿਮਾਲਾ ਪਹਾੜ ਹੈ ਉਹਦੀ ਆਦਰ ਨੂੰ ਪਹਾੜ ਦਾ ਹੁੰਦਾ ਹੈ। ਮਾਲਾ ਪਹਾੜ ਦਾ ਜਾਈ ਹੋਈ ਪੈਦਾ ਹੋਈ ਇਹ ਮਾਲਾ ਦੀ ਪੁੱਤਰੀ ਹੈ, ਸਤੀ ਪਾਰਵਤੀ ਹੀ ਹੈ। ਜੀ ਹਾਂ, ਹਈ ਮਾਂਦਰਜਾ ਛੈ। ਇਹ ਮੰਦਰ ਜਾਸ਼ ਹੈ, ਉਹ ਪਾਰਵਤੀ ਦਾ ਨਾਂ ਹੀ ਹੈ। ਮੰਦਰ ਜਾਸ਼ ਹੈ। ਜਾਚ ਆਪਣੀ ਬਣਾ ਲੈ, ਮੈਂ ਤੈਨੂੰ ਕਹਿੰਦਾ ਸ਼ਹਿਰ ਸਾਰੇ ਵੱਖਰੇ ਹੈ। ਕਿ ਹੰਸੇਸਰੀ ਹੈ। ਹਾਂ, ਕਿ ਹੰਸੇਸਰੀ ਹੈ। ਜਾਂ ਹੰਸ ਦੀ ਈਸ਼ਵਰੀ, ਹੰਸ ਦੀ ਸਵਾਰੀ ਕਰਨ ਵਾਲੀ ਕੌਣ ਹੈ? ਜਿਹੜੀ ਆ ਸਰਸਤੀ ਹੈ, ਆ ਜਿਹੜੀ ਸਾਰਦਾ ਹੈ, ਜਿਹਨੂੰ ਕਵੀ ਲੋਕ ਜਦੋਂ ਕੋਈ ਉਹਨਾਂ ਨੇ ਕਾਵ ਰਚਨੀ ਸ਼ੁਰੂ ਕਰਨੀ ਹੁੰਦੀ ਉਦੋਂ ਉਹਦਾ ਮੰਗਲ ਕਰਦੇ, ਉਹਨੂੰ ਯਾਦ ਕਰਦੇ। ਕਵੀ ਸੰਤੋਖ ਸਿੰਘ ਜੀ ਨੇ ਉਹ ਕਵੀਆਂ ਦੇ ਨਿਯਮ ਨੂੰ ਸਾਹਮਣੇ ਰੱਖਦਿਆਂ ਕਈ ਥਾਵੀਂ ਆਪਣੇ ਇਤਿਹਾਸ ਵਿੱਚ ਇਹ ਸਾਰਦਾ ਮੰਗਲ ਕੀਤਾ ਹੈ। ਹੁਣ ਵਿਸ਼ੇਸ਼ ਕਰਕੇ ਤਾਂ ਪਹਿਲਾਂ ਇੱਕ ਓਂਕਾਰਾ ਸਤਿਗੁਰੂ ਤੇ ਪ੍ਰਸਾਦ ਸੱਚ ਹੋਏ, ਵਾਹਿਗੁਰੂ ਜੀ ਕੀ ਫਤਿਹ, ਵਿਘਨ ਵਿਨਾਸ਼ਨ ਸੋਏ। ਆਪਣਾ ਇਸ਼ਟਾਪਤੀ ਜਨਾਉਂਦਿਆਂ ਹੋਇਆਂ ਉਹ ਜੋ ਮੰਗਲਾਂ ਜੋ ਗੁਰੂ ਨਾਨਕ ਸਾਹਿਬ ਤੇ 10ਵੇਂ ਪਾਤਸ਼ਾਹ ਜੀ ਨੇ ਆਪਣੇ ਬਾਣੀ ਵਿੱਚ ਕੀਤੇ, ਉਹ ਇੱਕ ਓਂਕਾਰ ਸ੍ਰੀ ਵਾਹਿਗੁਰੂ ਜੀ ਫਤਿਹ, ਉਹ ਦੋਹਾਂ ਮੰਗਲਾਂ ਨੂੰ ਮੁੱਖਤਾ ਦਿੰਦਿਆਂ ਹੋਇਆਂ ਤੇ ਉਹ ਦੋਹਰੇ ਰੂਪ ਦੇ ਵਿੱਚ ਆਪਣਾ ਇਹ ਮੰਗਲ ਕੀਤਾ ਪਰਮੇਸ਼ਰ ਵਾਹਿਗੁਰੂ ਦਾ, ਗੁਰੂ ਦਾ। ਇਸੇ ਤਰ੍ਹਾਂ ਇਹ ਉਹ ਸ੍ਰਿਸ਼ਟੀ
ब्रह्मा बड़ा कहाएंदा देख सृष्टि रूप लवाना, इसमें सृष्टि है जहाँ शारदा ही है। के जाजुल का छै। हाँ जहाँ जाजुल का, जाजुल तो अग दी लाट दा हुंदा है, जहाँ कहते अग दी लाट ही है। सुवर्ण अधजाश है। जहाँ कहते समुद्र आदर जाश है। हाँ सो आदर नो पहाड़ दा हुंदा है। और सोने दा पहाड़, सोने तो रियो जिहड़ी पैदा होने वाली कौन हुंदी है, चमक दमक हुंदी है। या सोने दे पहाड़ दी ये चमक दमकी पैदा हुई है। कि सुदम सची है। या कदे नरोल इंद्र दे घर वाली सची ही है, इंद्राणी ही है। कि ब्रह्मा रची है। या कहते ब्रह्मा ने आप ही जड़ी बनाई है, ਉਹਦਾ ਨਾਂ ਤਲੋਤਮਾ ਸੀਕ, ਜਿਹੜੀ ਚਲ ਜਿੰਨੀ ਵੀ ਨਾ ਉਪਮਾ ਹੋ ਸਕੇ। ਸੋ ਇਸ ਤਰ੍ਹਾਂ ਕਹਿੰਦੇ ਜਾਂ ਇਹ ਤਲੋਮਤਾ ਬਣਾਈ ਹੋਈ ਹੈ, ਇੱਕ ਪਤਵਰਤਾ ਇਸਤਰੀ ਦੀ ਮਹਿਮਾ ਹੈ। ਕਿ ਪਰਮੇਸ਼ਰ ਜਾ ਹੈ। ਹਾਂ ਜਾਂ ਕਹਿੰਦੇ ਪਰਮੇਸ਼ਰ ਤੋਂ ਪਰਮ ਐਸ਼ਵਰ ਦੀ ਪੁੱਤਰੀ ਹੈ, ਧਨ ਪੁਰਾਰ ਦੀ ਮਾਲਕਣ ਹੈ। ਕਿ ਪਰਮ ਪ੍ਰਭਾ ਹੈ। ਜਾਂ ਕਹਿੰਦੇ ਮਹਾਨ ਉਹ ਜਿਹੜੀ ਪ੍ਰਭਾ ਹੈ, ਸ਼ੋਭਈ ਹੈ। ਕਿ ਪਵਿੱਤਰਤਾ ਛੈ। ਜਾਂ ਕਹਿੰਦੇ ਜਿੰਨੀ ਦੁਨੀਆ ਦੀ ਪਵਿੱਤਰਤਾ ਹੀ ਹੈ, ਉਹ ਪਵਿੱਤਰਤਾ ਹੀ ਨਹੀਂ ਹੈ, ਸਰੀਰ ਧਾਰਨ ਕੀਤਾ ਹੈ, ਪਤਵਰਤਾ ਹੈ ਸਰੀਰ ਦਾ। ਕਿ ਸਾਵਿਤਰ ਕਾ ਛੈ। ਜਾਂ ਕਹਿੰਦੇ ਜਿਹੜੀ ਆ ਸਵਿਤਰ ਕਾ, ਸਵਰਨ ਵਿਸ਼ਟਕਾ, ਜਿਵੇਂ ਆ ਸੋਨੇ ਦਾ ਮੀਂਹ ਪਾਉਣ ਵਾਲੀ ਇੱਕ ਦੇਵੀ ਮੰਨੀ ਹੈ, ਉਹ ਇਸ ਤਰ੍ਹਾਂ ਸੋਨਮੁਖੀ ਕਹਿ ਦਿੰਦੇ ਨੇ, ਜਾਂ ਉਹੀ ਹੈ। ਓਮ ਕਨਕਵਤੀ ਸਵਾਹਾ, ਕਈ ਉਹਦਾ ਮੰਤਰ ਹੈ, ਕਹਿੰਦੇ ਵੀ ਸੋਨਾ ਮਿਲ ਜਾਂਦਾ, ਸੋਨਾ ਦੇਣ ਵਾਲੀ ਇੱਕ ਦੇਵੀ ਮੰਨੀ ਹੈ। ਕਈ ਵੀ ਉਹ ਸੋਨਾ ਪ੍ਰਾਪਤ ਕਰਨ ਵਾਸਤੇ ਓਮ ਕਨਕਵਤੀ ਸਾਹਾ, ਓਮ ਕਨਕਵਤੀ ਸਵਾਹਾ, ਇਹੋ ਜਿਹਾ ਜਾਪ ਜਾ ਕਰਦੇ। ਇੱਥੇ ਇੱਕ ਸਾਧ ਸੀ ਦੱਸਦਾ ਸੀ ਸੰਤਾਂ ਨੂੰ, ਮੇਰੇ ਵੀ ਉਹ ਚੇਤੇ ਜਾ ਹੋਇਆ। ਕਿ ਚੰਚਲ ਕਾ ਛੈ। ਉਹ ਆ ਜਾਂਦੇ ਨੇ ਕਈ ਵਾਰੀ ਇਹੋ ਜਿਹੇ ਇੱਥੇ ਹਰਿਦੁਆਰ ਤੋਂ ਰਿਸ਼ੀਕੇਸ਼ ਤੋਂ, ਉਹ ਐਂ ਕਹਿ ਦਿੰਦੇ ਸੀ ਵੀ ਆਹ ਕਰ ਲਓ ਜੀ, ਆਹ ਸੀ ਸਦ ਕਰ ਲਓ, ਸੋਨਾ ਹੀ ਸੋਨਾ ਆ ਜਾਊਗਾ। ਰੋ ਵਿਚਾਰ ਕਿ ਚੰਚਾਲਕਾ ਛੈ। ਹਾਂ ਇਸੇ ਤਰ੍ਹਾਂ ਜਾਂ ਚੰਚਾਲਕਾ ਛੈ, ਜਿਹੜੀ ਇਹ ਚੰਚਲਤਾ ਹੀ ਹੈ, ਇਹ ਬਿਜਲੀ ਹੈ। ਇਹ ਚੰਚਲ ਹੁੰਦੀ, ਕਿਤੇ ਕਿਤੇ ਜਾ ਕੇ ਉਹ ਚਮਕਦੀ, ਕਿਤੇ ਕਿਤੇ ਚਮਕਦੀ ਹੈ। ਜਾਂ ਕਹਿੰਦੇ ਇਹ ਜਿਹੜੀ ਬਿਜਲੀ ਹੈ, ਉਸੇ ਨੇ ਇਹਦੇ ਧਾਰਨ ਕੀਤੀ ਹੋਈ ਹੈ। ਕਿ ਕਾਮਹਿ ਕਲਾ ਛੈ। ਜਾਂ ਕਾਮ ਦੀ ਹੀ ਕਲਾ ਹੈ, ਕਿ ਯਾਨੀ ਕਾਮ ਦੀ ਹੀ ਸ਼ਕਤੀ ਹੈ। ਕਿ ਕ੍ਰਿਤਿਯੰ ਤੁਜਾ ਛੈ। ਜਾਂ ਜਿਹੜੀ ਕੀਰਤੀ ਵਡਿਆਈ ਉਹਦੀ ਇਹ ਤੁਜਾ ਹੈ, ਝੰਡੀ ਹੈ, ਨਿਸ਼ਾਨ ਹੈ। ਕਿ ਰਾਜੇਸ਼ਵਰੀ ਹੈ। ਜਾਂ ਕਹਿੰਦੇ ਰਾਜ ਲక్ష్ਮੀ ਹੀ ਪ੍ਰਗਟ ਹੋ ਰਹੀ ਹੈ। ਕਿ ਰਾਜਾ ਹੈ ਸ੍ਰੀ ਹੈ। ਜਾਂ ਸ੍ਰੀ ਰਾਗਨੀ ਹੀ, ਇਹ ਕਹਿੰਦੇ ਰਾਜਾ ਕੀ ਇਹ ਸੋਭ ਰਹੀ ਹੈ। ਕਿ ਰਾਮੰ ਕਲੀ ਹੈ। ਜਾਂ ਰਾਮ ਕਲੀ ਜਿਹੜੀ ਰਾਗਨੀ ਉਹੀ ਸੁਭਾਇਮਾਨ ਹੋ ਰਹੀ ਹੈ। ਕਿ ਗੌਰੀ ਮਹਾ ਹੈ। ਜਾਂ ਜਿਹੜੀ ਗੌੜੀ ਰਾਗਨੀ ਉਹੀ ਮਹਾਨ ਤੇਜ ਪ੍ਰਤਾਪ ਵਾਲੀ ਹੈ। ਕਿ ਟੋਡੀ ਪ੍ਰਭਾ ਹੈ। ਜਾਂ ਜਿਹੜੀ ਟੋਡੀ ਰਾਗਨੀ, ਉਸਦੀ ਜਿਹੜੀ ਸ਼ੋਭਾ ਹੈ, ਉਹਦੀ ਜਿਹੜੀ ਚਮਕ ਦਮਕੀ ਇਸ ਰੂਪ ਵਿੱਚ ਸੁਭਾਇਮਾਨ ਹੋ ਰਹੀ ਹੈ। ਕਿ ਭੂਪਲ ਕਾ ਛੈ। ਇਸੇ ਤਰ੍ਹਾਂ ਕੇ ਭੂਪਲ ਕਾ ਛੈ। ਜਾਂ ਜਿਹੜਾ ਭੁਪਾਲੀ ਰਾਗ ਹੈ, ਜਿਵੇਂ ਕਲਿਆਣ ਭੁਪਾਲੀ ਮਹੱਲਾ ਉਹ ਚੌਥਾ ਹੁੰਦਾ ਹੈ, ਇਸੇ ਤਰ੍ਹਾਂ ਇਹ ਇੱਕ ਭੁਪਾਲ ਰਾਗ ਹੈ, ਇੱਕ ਰਾਗਨੀ ਹੈ। ਜਾਂ
पालक रागनी दी ही है। आगे की ये शक्ति है, ताकत है के टोडीज आछै यहाँ के टोडीज आछै या चंगी जी टोडी रागनी ही जा पैदा हुई है, बड़ी महान चंगी सुंदर के बासंत बाला या जी बसंत राग है ਉਹਦੀ स्त्री रूप हो चुकिया। संत राग ਦੀ ਜਿਹੜੀ ਰਾਗਨੀ ਇਸਤਰੀ ਰੂਪ ਦੇ ਵਿੱਚ ਸਵਾਇਮਾਨ ਹੈ, ਲੜਕੀ ਹੈ। ਕੇ ਰਾਗਾਨ ਮਾਲਾ ਜਾਂ ਜਿਹੜੀ ਰਾਗਾ ਦੀ ਮਾਲਾ ਹੈ ਉਸੇ ਨੇ ਦੇ ਧਾਰਨ ਕੀਤੀ ਹੋਈ ਹੈ। ਕਿ ਮੇਗੰ ਮਲਾਰੀ ਜਾਂ ਮੇਘ ਰਾਗ ਹੈ ਜਾਂ ਮਲਾਰੀ ਹੈ। ਕਿ ਗੌਰੀ ਤਮਾਰੀ ਜਾਂ ਗੌੜੀ ਰਾਗਨੀ ਜਾਂ ਤੁਮਾਰੀ ਹੈ, ਤੁਮਾਰ ਹੈ। ਕਿ ਹਿੰਡੋਲ ਪੁੱਤਰੀ ਜਾਂ ਜਿਹੜਾ ਹੰਡੋਲ ਰਾਗ ਹੈ ਉਹਦੀ ਰਾਗਨੀ ਰੂਪ ਪੁੱਤਰੀ ਹੈ ਇਹ। ਕਿ ਆਕਾਸ਼ ਉਤਰੀ ਅਸਵਾ ਕਹਿੰਦੇ ਕੋਈ ਆਕਾਸ਼ ਤੋਂ ਜਿਵੇਂ ਰੰਭਾ ਪਸ਼ਨ ਆਦਿਕ ਉਤਰੀ ਹੋਵੇ ਹੋਈ ਉਤਰੀ ਹੋਈ ਆਈ ਹੈ। ਕਿ ਸੁਹਾਗਵੰਤੀ ਜਾਂ ਇਹ ਕਹਿੰਦੇ ਜਿਹੜੀ ਸੁਹਾਗਵੰਤੀ ਕੋਈ ਤ੍ਰੀਮਤ ਹੁੰਦੀ ਹੈ ਉਹੀ ਇਸ ਸਜ ਰਹੀ ਹੈ। ਕਿ ਪਾਰੰਗ ਗੰਤੀ ਜਾਂ ਕਹਿੰਦੇ ਸੰਸਾਰ ਤੋਂ ਪਾਰਾਵਾਰ ਪਹੁੰਚਾਉਣ ਵਾਲੀ ਹੈ, ਕਲਿਆਣ ਕਰਨ ਵਾਲੀ ਹੈ ਕੋਈ। ਕਿ ਖਾਟ ਸ਼ਾਸਤਰ ਬਖਤਾ ਅਰਧ ਸਰੀਰੇ ਮੋਖ ਦੁਆਰੀ, ਜਿਵੇਂ ਭਾਈ ਗੁਰਦਾਸ ਜੀ ਨੇ ਕਿਹਾ ਕਿ ਖਟ ਸ਼ਾਸਤਰ ਬਖਤਾ ਅਸਵਾ ਛੇ ਸ਼ਾਸਤਰਾਂ ਨੂੰ ਕਥਨ ਕਰਨ ਵਾਲੀ, ਉਚਾਰਨ ਵਾਲੀ, ਪ੍ਰਚਾਰ ਕਰਨ ਵਾਲੀ ਹੈ। ਕਿ ਨਿਜ ਨਾਹ ਭਗਤਾ ਅਥਵਾ ਆਪਣਾ ਜਿਹੜਾ ਮਾਲਕ ਹੈ ਉਹਦੀ ਇਹ ਭਗਤੀ ਭਾਵ ਵਾਲੀ ਹੈ। ਕਿ ਰੰਭਾ ਸਚੀ ਹੈ ਜਾਂ ਕਹਿੰਦੇ ਆਕਾਸ਼ ਦੀ ਰੰਭਾ ਹੈ ਪਛਰੈ, ਜਾਂ ਇੰਦਰ ਦੇ ਘਰ ਵਾਲੀ ਸਚੀ ਹੀ ਹੈ। ਕਿ ਬ੍ਰਹਮਾ ਰਚੀ ਹੈ ਅਥਵਾ ਜਿਹੜਾ ਬ੍ਰਹਮਾ ਜਿਵੇਂ ਉਹਨੇ ਤਲੋਤਮਾ ਰਚੀ ਸੀ ਇਸੇ ਤਰ੍ਹਾਂ ਇਹ ਪਤਵਰਤਾ ਇਸਤਰੀ ਬਣਾਈ ਹੈ। ਕਿ ਗੰਧਰਵਣੀ ਛੈ ਜਾਂ ਜਿਹੜੇ ਦੇਵਤਿਆਂ ਦੇ ਰਾਗੀ ਹਨ ਉਹਨਾਂ ਦੇ ਘਰ ਵਾਲੀ ਇਸਤਰੀ ਹੈ। ਕਿ ਵਿਦਿਆ ਧਰੀ ਛੈ ਜਾਂ ਵਿਦਿਆਧਰ ਵੀ ਇੱਕ ਦੇਵਤੇ ਨੇ, ਜਿਵੇਂ ਕਿੰਨਰ ਦੇਵਤੇ ਨੇ, ਬਿੱਦਰ ਦੇਵਤੇ ਨੇ, ਗੰਧਰਵ ਦੇਵਤੇ ਨੇ। ਇਸੇ ਤਰ੍ਹਾਂ ਸੁਰ ਨਰ ਦੇਵਤੇ ਵੀ ਹੁੰਦੇ। ਇਹਨਾਂ ਦੀਆਂ ਡੋਡੀ ਦੇਵਤਿਆਂ ਦੀਆਂ ਕਿਸਮਾਂ ਹਨ। ਫਿਰ ਉਹਨਾਂ ਦੇ ਰੂਪ ਰੰਗ ਦੇ ਵਿੱਚ ਵੀ ਥੋੜ੍ਹਾ ਬਹੁਤਾ ਫਰਕ ਹੈ। ਸ਼ਕਤੀ ਭਗਤੀ ਵਿੱਚ ਵੀ ਫਰਕ ਹੈ, ਵਿਦਿਆ ਵਿੱਚ, ਗੁਣਾਂ ਵਿੱਚ ਵੀ ਉਹਨਾਂ ਦੇ ਵਿੱਚ ਫਰਕ ਹੈ। ਇਸ ਤਰ੍ਹਾਂ ਇੱਥੇ ਕਹਿ ਰਹੇ ਹਨ ਕਿ ਵਿਦਿਆ ਧਰੀ ਛੈ ਜਿਹੜਾ ਵਿਦਿਆਧਰ ਦੇਵਤੇ ਹੁੰਦੇ ਉਹਨਾਂ ਦੀ ਕੋਈ ਇਹ ਤ੍ਰੀਮਤ ਹੈ। ਕਿ ਰੰਭਾ ਉਰਵਸੀ ਛੈ ਜਾਂ ਜਿਹੜੀ ਰੰਭਾ ਹੈ ਜਾਂ ਕੋਈ ਉਰਵਸੀ ਅਪਸ਼ਨਾ ਹੈ। ਕਿ ਸੁਦੰ ਸਚੀ ਛੈ ਜਾਂ ਨਿਰੋਲੀ ਜਿਹੜੀ ਇਹ ਸੱਚੀ ਹੈ, ਇੰਦਰਾਣੀ ਹੈ। ਕਿ ਹੰਸ ਈਸ਼ਵਰੀ ਹੈ ਜਾਂ ਹੰਸ ਦੀ ਸਵਾਰੀ ਕਰਨ ਵਾਲੀ, ਹੰਸ ਦੀ ਸਾਮਣ ਉਹ ਸਾਰਦਾ ਹੀ ਹੈ, ਸ੍ਰਿਸ਼ਟੀ ਹੀ ਹੈ। ਕਿ ਹਿੰਡੋਲਕਾ ਛੈ ਜਾਂ ਕਹਿੰਦੇ ਜਿਹੜੀ ਹਿੰਡੋਲਕਾ ਉਹ ਹਿੰਡੋਲ ਰਾਗ ਦੀ ਜਿਹੜੀ ਸ਼ਕਤੀ ਰੂਪ ਹੈ, ਤਾਕਤ ਰੂਪ ਹੈ, ਕਰਾਮਾਤ ਰੂਪ ਹੈ। ਕਿ ਗੰਧਰਵਣੀ ਛੈ ਜਾਂ ਕੋਈ ਗੰਧਰਵਾਂ ਦੀ ਇਹ ਇਸਤਰੀ ਹੈ। ਕਿ ਵਿਦਿਆ ਧਰੀ ਛੈ ਕੇ ਦਾ ਅਰਥ ਜਾਂ ਵਿਦਿਆਧਰ ਦੀ ਕੋਈ ਪਤਨੀ ਹੈ ਇਹ। ਕਿ ਰਾਜਹਿ ਸ੍ਰੀ ਛੈ ਜਾਂ ਲక్ష్ਮੀ ਹੀ ਕਹਿੰਦੇ ਰਾਜਾ ਕੀ ਇਹ ਸੋਭ ਰਹੀ ਹੈ, ਸਜ ਰਹੀ ਹੈ। ਕਿ ਰਾਜਹਿ ਪ੍ਰਭਾ ਛੈ ਜਾਂ ਰਾਜ ਭਾਗ ਦੀ ਜਿਹੜੀ ਪ੍ਰਭਾ ਸੋਭਾ ਹੈ ਉਹੀ ਇਹ ਸੁਭਾਏਮਾਨ ਹੈ। ਕਿ ਰਾਜਾ ਨਜਾ ਹੈ ਹਾਂ ਜਾਂ ਰਾਜਿਆਂ ਦੀ ਰਾਜੀ ਉਹ ਜਾ ਕੀ ਇਹ ਪੁੱਤਰੀ ਹੈ, ਕਿਸੇ ਰਾਜੇ ਮਹਾਰਾਜੇ ਦੀ ਹੀ ਸੁਪੁੱਤਰੀ ਹੈ। ਕਿ ਰੁਦਰ
ਰੁਦਰੰ ਪਿਰਿਆ ਹੈ। ਜਾਂ ਜਿਹੜੀ ਰੁਦਰ ਨੂੰ ਪਿਆਰੀ ਉਹ ਪਾਰਵਤੀ ਹੀ ਹੈ। ਕਿ ਸੰਭਾਲਕਾ ਹੈ। ਜਾਂ ਕਹਿੰਦੇ ਸੰਭਾਲਕਾ ਇੱਕ ਦੇਵੀ ਦਾ ਨਾਂ ਹੈ। ਉਹ ਸੰਭਾਲਕਾ ਦੇਵੀ ਦੀ ਹੀ ਸ਼ਕਤੀ ਹੈ। ਕਿ ਸੁਦੰ ਪ੍ਰਭਾ ਹੈ। ਜਾਂ ਕਹਿੰਦੇ ਜਿਹੜੀ ਸ਼ੁੱਧ ਪਵਿੱਤਰ ਸੋਭਾ ਹੈ ਉਹੀ ਇਸ ਰੂਪ ਵਿੱਚ ਸੁਭਾਏਮਾਨ ਹੋ ਰਹੀ ਸਜ ਰਹੀ ਹੈ। ਕਿ ਅੰਬਾਲਿਕਾ ਹੈ। ਇੱਕ ਦੇਵੀ ਦਾ ਨਾਂ ਅੰਬਾਲਕ ਹੈ ਜਾਂ ਅੰਬਾਲਕਾ ਦੇਵੀ ਹੀ ਹੈ। ਕਿ ਆਕਰਖਣੀ ਹੈ। ਜਾਂ ਕਹਿੰਦੇ ਜਿਹੜੀ ਆਕਰਖਣ ਸ਼ਕਤੀ ਹੈ ਉਹ ਜਿਹਦੇ ਨਾਲ ਮਨੁੱਖ ਨੂੰ ਕਸ਼ਿਸ਼ ਪੈਂਦੀ ਹੈ ਉਸ ਵੱਲ ਨੂੰ ਇਹ ਭਾਵੇਂ ਮਰਜ਼ੀ ਕੋਈ ਰੋਕੇ ਟੋਕੇ ਉਹ ਨਹੀਂ ਰੁਕਿਆ ਰੋਕੇਗਾ। ਉਹ ਕਰਖਣ ਸ਼ਕਤੀ ਹੀ ਹੈ। ਕਿ ਚੰਚਲਕਾ ਹੈ। ਜਾਂ ਕਹਿੰਦੇ ਜਿਹੜੀ ਚੰਚਲਤਾ ਦੀ ਸ਼ਕਤੀ ਹੀ ਹੈ। ਕਿ ਚਿਤਰੰ ਪ੍ਰਭਾ ਹੈ। ਜਾਂ ਕਹਿੰਦੇ ਜਿਹੜੀ ਚਿੱਤਰ ਕਿਸੇ ਮੂਰਤੀ ਦੀ ਹੀ ਸ਼ੋਭਾ ਹੈ ਤਸਵੀਰ ਦੀ ਹੀ ਸ਼ੋਭਾ ਸੁਭਾਏਮਾਨ ਹੈ। ਕਿ ਕਾਲੰਦਰਕਾ ਹੈ। ਜਾਂ ਕਹਿੰਦੇ ਕਲਿੰਦਰਕਾ ਨਾ ਸੂਰਜ ਦੀ ਪੁੱਤਰੀ ਹੈ ਕਿ ਭਾਰਤ ਦੀ ਪੈਦਾ ਹੋਈ ਜਮਨਾ ਹੈ। ਕਿ ਸਾਰਸਵਤੀ ਹੈ। ਜਾਂ ਜਿਹੜੀ ਸਰਸਵਤੀ ਨਦੀ ਹੈ ਉਹਦਾ ਪਾਣੀ ਲਾਲ ਮੰਨਿਆ ਹੈ ਇਸਾ ਲਾਲ ਚਿਹਰੇ ਸਾਲੀ ਹੈ। ਕਿਦੋ ਜਾਨਵੀ ਹੈ। ਜਾਨਵੀ ਜਾਨੋ ਗੋਡੇ ਦਾ ਗੋਡੇ ਤੋਂ ਪੈਦਾ ਹੋਣ ਵਾਲੀ ਇੱਕ ਗੰਗਾ ਦਾ ਇੱਕ ਜਾਨਵੀ ਲਿਖੀ ਹੋਇਆ ਉਹਨੇ ਇਸ ਤਰ੍ਹਾਂ ਨੂੰ ਪ੍ਰਗਟ ਕੀਤਾ ਗੋਡੇ ਰਾਹੀਂ ਕੱਢਿਆ ਸੀ ਉਹ ਇਹ ਗੰਗਾ ਹੀ ਹੈ। ਕਿਦੋ ਦਵਾਰਕਾ ਹੈ। ਜਾਂ ਕਹਿੰਦੇ ਜਿਹੜੀ ਦਵਾਰਕਾ ਪੂਰੀ ਕ੍ਰਿਸ਼ਨ ਜੀ ਨੇ ਉਹ ਆਪਣੀ ਸ਼ਕਤੀ ਤਾਕਤ ਨਾਲ ਸਮੁੰਦਰ ਦੇ ਵਿੱਚ ਰਚੀ ਸੀ ਉਹ ਬਹੁਤ ਸੁੰਦਰ ਮੰਨੀ ਗਈ। ਉਹ ਕਹਿੰਦੇ ਉਹ ਦਵਾਰਕਾਪੁਰੀ ਹੀ ਹੈ। ਕਿ ਕਾਲਿੰਦਰਜਾ ਹੈ। ਕਹਿੰਦੇ ਕਲਿੰਦ ਪਹਾੜ ਤੋਂ ਪੈਦਾ ਹੋਣ ਵਾਲੀ ਜਮਨਾ ਸੂਰਜ ਦੀ ਪੁੱਤਰੀ ਹੀ ਹੈ। ਕਿ ਕਾਮੰ ਪ੍ਰਭਾ ਹੈ। ਅਸਵਾ ਕਾਮ ਦੀ ਹੀ ਸ਼ੋਭਾ ਹੈ। ਕਿ ਕਾਮੇਸ਼ਵਰੀ ਹੈ। ਕਹਿੰਦੇ ਕਿ ਜਿਹੜਾ ਕਾਮ ਹੈ ਉਹਦੀ ਕਹਿੰਦੇ ਲੜਕੀ ਹੈ। ਕਿ ਇੰਦਰਾ ਨਜਾ ਈਸ਼ਵਰੀ ਉਹਦੇ ਘਰ ਵਾਲੀ ਰਤੀ ਹੈ। ਜਾਂ ਇੰਦਰਾਨ ਜਸ਼ੇ ਇੰਦਰ ਆਦਿਕ ਦੇਵਤਿਆਂ ਨੂੰ ਜਿੱਤਣ ਵਾਲੀ ਕੋਈ ਤਾਕਤ ਹੈ। ਕਿ ਭੈ ਖੰਡਣੀ ਹੈ। ਜਾਂ ਕਹਿੰਦੇ ਤਰ੍ਹਾਂ ਤਰ੍ਹਾਂ ਦੇ ਜਿਹੜੇ 7 ਤਰ੍ਹਾਂ ਦੇ ਭੈ ਉਹਨਾਂ ਨੂੰ ਖੰਡਨ ਟੋਟੇ ਟੋਟੇ ਕਰਨ ਵਾਲੀ ਕੋਈ ਤਾਕਤ ਹੈ। ਕਿ ਖੰਭਾਵਤੀ ਹੈ। ਜਾਂ ਕਹਿੰਦੇ ਜਿਹੜੀ ਖੰਭਾਵਤੀ ਹੈ ਖੰਭਾਂ ਵਾਲੀ ਇੱਕ ਕੋਈ ਦੇਵੀ ਮੰਨੀ ਹੋਈ ਹੈ ਜਿੱਥੇ ਮਰਜ਼ੀ ਉੱਡ ਕੇ ਚਲੀ ਜਾਂਦੀ ਹੈ ਉਹ ਖੰਭਾਵਤੀ ਨਾਮ ਵਾਲੀ ਕੋਈ ਦੇਵੀ ਹੈ ਇਸ ਰੂਪ ਵਿੱਚ। ਕਿ ਬਾਸੰਤ ਨਾਰੀ ਜਾਂ ਬਸੰਤ ਰੁੱਤ ਦੀ ਹੀ ਇਹ ਪਤਨੀ ਬਣੀ ਹੋਈ ਹੈ। ਕਿ ਧਰਮਾਂ ਤਿਕਾਰੀ ਜਾਂ ਧਰਮ ਦੀ ਕੋਈ ਪਾਤਰ ਹੀ ਹੈ ਇਹ ਬੈਠੀ ਹੋਈ। ਕਿ ਪਰਮਹਿ ਪ੍ਰਭਾ ਹੈ। ਜਾਂ ਕਹਿੰਦੇ ਮਹਾਨ ਜਿਹੜੀ ਕੋਈ ਪ੍ਰਭਾ ਹੈ ਸ਼ੋਭਾ ਹੈ ਉਹੀ ਸੁਭਾਏਮਾਨ ਹੈ। ਕਿ ਪਾਵਿੱਤਰਤਾ ਹੈ। ਜਾਂ ਜਿਹੜੀ ਪਵਿੱਤਰਤਾ ਹੀ ਉਸੇ ਨੇ ਕੋਈ ਰੂਪ ਧਾਰਨ ਕੀਤਾ ਹੋਇਆ ਹੈ। ਕਿ ਆਲੋਕਣੀ ਹੈ। ਜਾਂ ਕੋਈ ਜਿਹੜੀ ਅਲੌਕਿਕਤਾਈ ਅਚਰਜਤਾਈ ਉਹੀ ਇੱਥੇ ਇਸ ਰੂਪ ਵਿੱਚ ਸਜ ਰਹੀ ਹੈ। ਕਿ ਆਬਾ ਪਰੀ ਹੈ। ਜਾਂ ਕਹਿੰਦੇ ਆਬਾ ਸ਼ੋਭਾ ਦੀ ਪੂਰੀ ਹੈ ਇਹ ਨਗਰੀ ਹੀ ਹੈ। ਕਿ ਚੰਦਰਾ ਮੁਖੀ ਹੈ। ਆਸਵਾ ਜਿਵੇਂ ਕੋਈ ਚੰਦਰਮਾ ਵਰਗਾ ਮੁਖ ਹੋਵੇ ਕਿਸੇ ਦਾ ਉਸ ਤਰ੍ਹਾਂ ਦੇ ਮੁਖ ਵਾਲੀ ਹੈ। ਕਿ ਸੂਰੰ ਪ੍ਰਭਾ ਹੈ। ਜਾਂ ਸੂਰਜ ਦੀ ਹੀ ਜਿਹੜੀ ਪ੍ਰਭਾ ਹੈ ਸ਼ੋਭਾ ਹੈ ਸਜ ਰਹੀ ਇਸ ਰੂਪ ਵਿੱਚ। ਕਿ ਪਵਿੱਤਰਤਾ ਹੈ। ਜਾਂ ਕਹਿੰਦੇ ਜਿਹੜੀ ਦੁਨੀਆ ਦੇ ਵਿੱਚ ਪਵਿੱਤਰਤਾ ਆਈ ਉਸੇ ਨੇ ਇਹ ਸਰੀਰ ਧਾਰਨ ਕੀਤਾ ਹੋਇਆ ਹੈ। ਕਿ ਪਰਮੰ ਪ੍ਰਭਾ ਹੈ। ਜਾਂ ਮਹਾਨ ਜਿਹੜੀ ਪ੍ਰਭਾ ਹੈ ਚਮਕ ਦਮਕ ਹੈ ਉਹੀ ਸੁਭਾਏਮਾਨ ਹੈ। ਕਿ ਸਰਪੰ ਲਟੀ ਹੈ। ਇਸੇ ਤਰ੍ਹਾਂ ਕਿ
सर्पं लटी है। सर्पं लटी है। हाँ कि सर्पों लटी ना जिमें ਸਰਪੰ ਆ ਜਿਵੇਂ ਉਹ ਸਰਪ ਜੋ ਸ੍ਰੀ ਜੀ ਹੁੰਦੀ ਹੈ ਉਹਨੂੰ ਜਿੱਥੇ ਆ ਜ਼ੁਲਫਾਂ ਦੀ ਹੈ ਤੇ ਜਿਹੜੀਆਂ ਇੱਥੇ ਕੰਨਾਂ ਦੇ ਹੇਠਾਂ ਕਾਲੇ ਰੰਗ ਦੀਆਂ ਲਟਾਂ ਜਿਹੀਆਂ ਜ਼ੁਲਫਾਂ ਜਿਹੀਆਂ ਲਿਟਦੀਆਂ ਹੁੰਦੀਆਂ ਉਹਨੂੰ ਸਰਪ ਲਟੀ ਕਹਿੰਦੇ ਆ। ਕਾਲੀਆਂ ਜ਼ੁਲਫਾਂ ਹੀ ਹਨ ਕਿ ਦੁੱਖੰ ਘਟੀ ਹੈ। ਜਾਂ ਦੁੱਖਾਂ ਨੂੰ ਕੱਟਣ ਵਾਲੀ ਕੋਈ ਤਾਕਤ ਬੈਠੀ ਹੈ। ਕਿ ਚੰਚਾਲਕਾ ਸ਼ੈ। ਜਾਂ ਚੰਚਾਲਕਾ ਕੀ ਬਿਜਲੀ ਨੇ ਹੀ ਇਹ ਸਰੀਰ ਧਾਰਨ ਕੀਤਾ ਹੋਇਆ ਹੈ। ਕਿ ਚੰਦਰੰ ਪ੍ਰਭਾ ਸ਼ੈ। ਜਾਂ ਜਿਹੜੀ ਚੰਦਰਬਾ ਦੀ ਸ਼ੋਭਾ ਹੈ ਸੁੰਦਰਤਾ ਉਹੀ ਹੈ। ਕਿ ਬੁੱਧੰ ਧਰੀ ਹੈ। ਜਾਂ ਜਿਹੜੀ ਬੁੱਧ ਹੈ ਅਕਲ ਬੁੱਧ ਹੈ ਉਸੇ ਨੇ ਇਹ ਦੇ ਧਾਰਨ ਕੀਤੀ ਹੈ। ਜਾਂ ਜਿਹੜੀ ਬੁੱਧ ਹੈ ਉਹ ਧਾਰਨ ਵਾਲੀ ਹੈ ਮਹਾਨ ਅਕਲ ਧਾਰਨ ਵਾਲੀ ਹੈ। ਕਿ ਕ੍ਰੋਧੰ ਹਰੀ ਹੈ। ਜਾਂ ਜਿਹੜਾ ਤਰ੍ਹਾਂ ਤਰ੍ਹਾਂ ਦਾ ਗੁੱਸਾ ਉਹਨੂੰ ਨਾਸ਼ ਕਰਨ ਵਾਲੀ ਸ਼ਾਂਤ ਕਰਨ ਵਾਲੀ ਹੈ ਕੋਈ। ਕਿ ਸ਼ਤਰਾਲਕਾ ਸ਼ੈ। ਜਾਂ ਜਿਹੜੀਆਂ ਛਤਰੀਆਂ ਦੀ ਸੂਰਮਤਾਈ ਹੈ ਉਹਦਾ ਇਹ ਘਰ ਹੈ ਉਹ ਸਥਾਨ ਹੈ। ਕਿ ਬਿਜੰ ਛਟਾ ਹੈ। ਜਾਂ ਜਿਹੜੀ ਬਿਜਲੀ ਦੀ ਛਟਾ ਹੈ ਬਿਜਲੀ ਦੀ ਕੋਈ ਚਮਕ ਦਮਕ ਹੈ ਉਸੇ ਨੇ ਇਸ ਰੂਪ ਦੇ ਵਿੱਚ ਆਪਣੇ ਆਪ ਨੂੰ ਸਵਾਇਮਾਨ ਕੀਤਾ ਹੋਇਆ ਹੈ। ਇਹ ਜਾਣੀ ਉਹ ਜਿਹੜੀ ਇਹ ਪਤਵਰਤਾ ਤ੍ਰੀਮਤ ਹੈ ਉਸਦੇ ਸਰੀਰ ਦੀ ਜਿਹੜੀ ਸੁੰਦਰਤਾ ਹੈ। ਜਿਹੜੇ ਕੋਈ ਕਵੀ ਲੋਕ ਹੈ ਜਦੋਂ ਕੋਈ ਉਹ ਸ਼ਿੰਗਾਰ ਰਸ ਨੂੰ ਕਥਨ ਕਰਨ ਲੱਗ ਪੈਂਦੇ ਹਨ ਫਿਰ ਉਹਨਾਂ ਦਾ ਜੇ ਇਸ ਰੂਪ ਦੇ ਵਿੱਚ ਪੂਰਾ ਨਾ ਗਿਆਨ ਕਰੇ ਫਿਰ ਉਹਨੂੰ ਕੋਈ ਮਹਾਨ ਕਵੀ ਦਾ ਦਰਜਾ ਨਹੀਂ ਮਿਲਦਾ ਹੈ। ਤੇ ਚਿੰਤਾਮਣੀ ਨੂੰ ਕਵੀ ਨਹੀਂ ਚੂੜਾਮਣ ਕਵੀ ਨਹੀਂ ਕਿਹਾ ਜਾਂਦਾ ਹੈ। ਤੇ ਆ ਗੁਰੂ ਕਲਗੀਧਰ ਜੀ ਤਾਂ ਫਿਰ ਸਾਰਿਆਂ ਦੇ ਸਿਰਤਾਜ ਹੈ ਸਾਰਿਆਂ ਤੇ ਮਹਾਨ ਹੈ। ਇਸ ਕਰਕੇ ਉਹਨਾਂ ਦੀ ਬਾਣੀ ਵਿੱਚ ਸਾਰੇ ਜਿਹੜੇ 9 ਰਸ ਹੈ ਉਹ ਐਨ ਖੋਲ ਕੇ ਪੂਰੇ ਕੀਤੇ ਹੋਏ ਹੈ। ਕਿਤੇ ਵਿਪਤ ਰਸ ਆ ਜਾਂਦਾ ਹੈ ਕਿਤੇ ਵੀਰ ਰਸ ਆ ਜਾਂਦਾ ਹੈ ਕਿਤੇ ਸ਼ਿੰਗਾਰ ਰਸ ਆ ਜਾਂਦਾ ਹੈ। ਉਹ ਇੱਥੇ ਉਹਨੇ ਸ਼ਿੰਗਾਰ ਰਸ ਦਾ ਪੂਰਾ ਹੀ ਖੋਲ ਕੇ ਵਰਣਨ ਕੀਤਾ ਗਿਆ। ਉਹ ਜਿਵੇਂ ਅੱਗੇ ਵੀ ਇਹ ਕੁਝ ਪ੍ਰਸੰਗ ਰਹਿੰਦਾ ਹੈ ਉਹ ਆਪਾਂ ਕੱਲ੍ਹ ਦੇ ਦੀਵਾਨ ਵਿੱਚ ਪੜ੍ਹ ਲਾਂਗੇ। ਸਮਾਂ ਹੋਇਆ ਅੱਜ ਆਪਾਂ ਇੱਥੇ ਹੀ ਸਮਾਪਤੀ ਕਰ ਲੈਂਦੇ ਹਾਂ ਜੀ। ਕਿ ਬੁੱਧੰ ਧਰੀ ਹੈ। ਕਿ ਕ੍ਰੋਧੰ ਹਰੀ ਹੈ। ਕਿ ਸ਼ਤਰਾਲਕਾ ਸ਼ੈ। ਕਿ ਬਿਜੰ ਛਟਾ ਹੈ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਹੇ ਆਚਿਤ ਹੇ ਪਾਰ ਬ੍ਰਹਮ ਅਵਨਾਸੀ ਅਗਨਾਸ ਹੇ ਪੂਰਨ ਹੇ ਸਰਵਮੈ ਦੁਖ ਭੰਜਨ ਗੁਣ ਹੇ ਹੇ ਨਿਰਗੁਣ ਸਭ ਠੇਕ हे गोविंद हे गुण निधान जंके सदा भवे हे अपरंपर हर हरे हैपी होवन हे संतां कै सदा संग निदाराय आधार हे ठाकुर हों दासरो निर्गुण गुण नहीं कोई नानक दीजै नाम दान रखो हिय परो। आए प्रभु शरणागति कृपा निध दयाल
एक ही अखर हर मन वसत, नानक होत निहाल। वाहिगुरु नाम जहाज है, चढ़े सो चरे पार। जो सरदा कर सेवंदे, गुरु पारे उचारन हार। जो सरदा कर सेवंदे, गुरु पारे उचारन हार। झूठा